ਹਾਲੇਲੂਇਆ ਹਾਲੇਲੂਇਆ। ਸਾਰੇ ਆਪਣੇ ਹੱਥਾਂ ਨੂੰ ਉਠਾਉਂਦੇ ਹੋ ਹਾਲੇਲੂਇਆ ਸਭਨਾਂ ਨੂੰ ਜੈ ਮਸੀਹ ਦੀ। ਖੁਦਾ ਦਾ ਬਹੁਤ ਹੀ ਧੰਨਵਾਦ ਕਰਦੇ ਕਿ ਪਰਮੇਸ਼ਵਰ ਨੇ ਅੱਜ ਦਾ ਦਿਨ ਸਾਡੀ ਜ਼ਿੰਦਗੀਆਂ ਦੇ ਵਿੱਚ ਦਿੱਤਾ ਹੈ। ਉਸ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਤੇ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਕਰਦੇ ਹਾਂ। ਸਭਨਾਂ ਨੂੰ ਪਤਾ ਹੈ ਕਿ ਅੱਜ ਕਿਹੜਾ ਦਿਨ ਹੈ। ਅੱਜ ਹੈ ਗੁੱਡ ਫਰਾਈਡੇ, ਜਿਹਨੂੰ ਕਹਿੰਦੇ ਨੇ ਸਲੀਬੀ ਮੌਤ ਦਾ ਦਿਨ। ਗੁੱਡ ਕਿਉਂ ਆ? ਅੱਛਾ ਕਿਉਂ ਆ? ਗੁੱਡ ਫਰਾਈਡੇ ਮੀਨਸ ਚੰਗਾ ਸ਼ੁੱਕਰਵਾਰ। ਤੇ ਚੰਗਾ ਸ਼ੁੱਕਰਵਾਰ ਕਿਉਂ ਮੰਨਿਆ ਜਾਂਦਾ ਹੈ? ਚੰਗਾ ਸ਼ੁੱਕਰਵਾਰ ਇਸ ਲਈ ਕੀ ਹੈ ਕਿ ਪਰਮੇਸ਼ਵਰ ਸਾਡੇ ਗੁਨਾਹਾਂ ਦੇ ਲਈ ਆਪਣੇ ਪੁੱਤਰ ਨੂੰ ਬਲੀਦਾਨ ਦਿੱਤਾ। ਸਾਨੂੰ ਕੀ ਕੀਤਾ ਹੈ? ਅਨੰਤ ਕਾਲ ਦੇ ਕੀ ਕੀਤਾ ਹੈ? ਜੀਵਨ ਦਿੱਤਾ ਹੈ। ਹਾਲੇਲੂਇਆ ਹਾਲੇਲੂਇਆ। ਕਿਉਂ ਅੱਛਾ ਹੈ? ਕਿਉਂਕਿ ਅਸੀਂ ਅਨੰਤ ਕਾਲ ਦੇ ਕੀ ਕੀਤਾ ਹੈ? ਜੀਵਨ ਨੂੰ ਪਾਇਆ ਹੈ। ਹਾਲੇਲੂਇਆ। ਸਾਰੇ ਇੱਧਰ ਧਿਆਨ ਕਰਾਂਗੇ। ਕਿਉਂ ਅੱਛਾ ਹੈ? ਕਿਉਂ ਚੰਗਾ ਹੈ ਅੱਜ ਦਾ ਦਿਨ? ਕਿਉਂ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਮੰਨਿਆ ਜਾ ਰਿਹਾ? ਕਿਉਂਕਿ ਅੱਜ ਦੇ ਦਿਨ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਬਲੀਦਾਨ ਕਰਕੇ ਸਾਨੂੰ ਅਨੰਤ ਕਾਲ ਦਾ ਕੀ ਦਿੱਤਾ ਹੈ? ਜੀਵਨ ਦਿੱਤਾ ਹੈ। ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਮੈਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੀ ਹਾਂ। ਬਹੁਤ ਹੀ ਧੰਨਵਾਦ ਕਰਦੀ ਪ੍ਰਭੂ ਨੇ ਫਿਰ ਤੋਂ ਮੈਨੂੰ ਆਪਣੇ ਪਵਿੱਤਰ ਕਲਾਮ ਦੇ ਨਾਲ ਖੜਾ ਕੀਤਾ ਹੈ। ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਮੰਨਾ ਦੇ ਬਾਰੇ। ਮੰਨਾ ਤੇ ਪਰਮੇਸ਼ਵਰ ਦੀ ਸਲੀਬੀ ਮੌਤ ਦਾ ਕੀ ਉਹਦਾ ਕਨੈਕਸ਼ਨ ਆ? ਕੀ ਉਹਦੇ ਕਿਉਂ ਮੰਨਾ ਕੀ ਦਰਸਾਉਂਦਾ ਹੈ? ਪਰਮੇਸ਼ਵਰ ਦੀ ਖੁਦਾਵੰਦ ਦੇ ਪੁੱਤਰ ਦੇ ਬਾਰੇ, ਪਰਮੇਸ਼ਵਰ ਦੇ ਪੁੱਤਰ ਦੀ ਸਲੀਬੀ ਮੌਤ ਦੇ ਬਾਰੇ ਕਿਵੇਂ ਦਰਸਾਉਂਦਾ ਹੈ? ਆਈ ਅੱਜ ਅਸੀਂ ਵੇਖਾਂਗੇ। ਸੀ ਜਦੋਂ ਵੀ ਗੁੱਡ ਫਰਾਈਡੇ ਤੇ ਵਚਨ ਸੁਣਦੇ ਆ, ਅਸੀਂ 7 ਕਲਮੇ ਸੁਣਦੇ ਆ ਜੋ ਪਰਮੇਸ਼ਵਰ ਨੇ ਸਲੀਬ ਦੇ ਉੱਤੇ ਚੜ ਕੇ ਬੋਲੇ। 7 ਵਚਨ ਸੁਣਦੇ ਆ। ਪਿਤਾ ਇਹਨਾਂ ਨੂੰ ਮਾਫ ਕਰੇ, ਨਹੀਂ ਜਾਣਦੇ, ਤੂੰ ਅੱਜ ਮੇਰੇ ਸੰਗ ਸਵਰਗ ਦੇ ਵਿੱਚ ਹੋਵੇਂਗਾ। ਜਿਹੜੇ 4 ਸ਼ਬਦ ਉਹਨਾਂ ਨੇ ਲੋਕਾਂ ਲਈ ਤੇ 3 ਸ਼ਬਦ ਜਿਹੜੇ ਆਪਣੇ ਲਈ ਕਹੇ, ਅਸੀਂ ਉਹਨਾਂ ਦੇ ਬਾਰੇ ਸਿੱਖਦੇ ਆਏ ਆ। ਪਰ ਅੱਜ ਅਸੀਂ ਵੇਖਾਂਗੇ ਮੰਨਾ ਦੇ ਬਾਰੇ। ਸੰਡੇ ਕਲਾਸ ਦੇ ਬੱਚੇ ਤੇ ਜਿਹੜੇ ਦੂਸਰੇ ਨੇ ਸ਼ਮਾਉਨ ਇੱਧਰ ਵੀ ਸਾਰੇ ਚੁੱਪ ਰਹਿਣ। ਮੈਂ ਤੁਹਾਨੂੰ ਸਭਨਾਂ ਨੂੰ ਪੁੱਛਣਾ ਚਾਹਾਂਗੀ ਕਿ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਨੇ ਕਿਹੜਾ ਭੋਜਨ ਖਵਾਇਆ ਸੀ ਜਦੋਂ ਉਹ ਜੰਗਲ ਦੇ ਵਿੱਚ ਸੀ? ਉਸ ਭੋਜਨ ਦਾ ਨਾਮ ਕੀ ਸੀ? ਪਤਾ ਹੈ ਕਿ ਕਿਸੇ ਨੂੰ ਕੋਈ ਬੋਲ ਸਕਦਾ? ਹੁਣ ਇਹ ਮੇਰੇ ਮੂੰਹ ਚੋਂ ਵੀ ਨਿਕਲ ਚੁੱਕਿਆ ਕਿੰਨੀ ਵਾਰ ਉਹ ਸ਼ਬਦ। ਪਰ ਇਜ਼ਰਾਈਲੀਆਂ ਨੂੰ ਪ੍ਰਭੂ ਨੇ ਕੀ ਖਿਲਾਇਆ ਸੀ ਜੰਗਲ ਦੇ ਵਿੱਚ? ਉਹ ਭੋਜਨ ਦਾ ਨਾਮ ਕੀ ਸੀ? ਕੋਈ ਹੈ ਕਿ ਜਿਹੜਾ ਬੋਲ ਸਕੇ? ਮੰਨਾ। ਹਾਂਜੀ, ਮੰਨਾ। ਹਾਲੇਲੂਇਆ ਮੰਨਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇ। ਮੰਨਾ ਨੂੰ ਪ੍ਰਭੂ ਨੇ ਇਜ਼ਰਾਈਲੀ ਲੋਕਾਂ ਨੂੰ ਜੰਗਲ ਦੇ ਵਿੱਚ ਕੀ ਕੀਤਾ ਸੀ? ਖਵਾਇਆ ਸੀ। ਕਦੋਂ ਖਵਾਇਆ ਸੀ? ਜਦੋਂ ਇਜ਼ਰਾਈਲੀ ਮਿਸਰ ਦੀ ਗੁਲਾਮੀ ਦੇ ਵਿੱਚ ਸੀ ਤੇ ਪਰਮੇਸ਼ਵਰ ਉਹਨਾਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਤੇ ਜਦੋਂ ਰਸਤੇ ਦੇ ਵਿੱਚ ਲੈ ਕੇ ਜਾ ਰਿਹਾ ਸੀ ਤੇ ਉਹਨਾਂ ਦੇ ਬੁੜਬੁੜਾਉਣ ਦੇ ਕਰਕੇ 40 ਦਿਨਾਂ ਦਾ ਰਸਤਾ 40 ਵਰਿਆਂ ਦਾ ਹੋ ਗਿਆ ਸੀ। 40 ਸਾਲ ਉਹਨਾਂ ਨੂੰ ਪਰਮੇਸ਼ਵਰ ਨੇ ਮੰਨਾ ਖਵਾਇਆ। ਜਦੋਂ ਅਸੀਂ ਜ਼ਬੂਰ 78 ਦੀ 5ਵੀਂ ਆਇਤ ਦੇ ਵਿੱਚ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ, ਜਦੋਂ ਅਸੀਂ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ, ਇੰਗਲਿਸ਼ ਦੇ ਵਿੱਚ ਲਿਖਿਆ ਹੈ ਹਿਊਮਨ ਬੀਇੰਗਸ ਏਟ ਬ੍ਰੈਡ ਆਫ ਐਂਜਲ। ਕਿ ਮਨੁੱਖਾਂ ਨੇ, ਜਿਹੜੇ ਮਨੁੱਖ ਆ, ਜਿਹੜੇ ਇਨਸਾਨ ਇਜ਼ਰਾਈਲੀ ਹੈ, ਇਹਨਾਂ ਨੂੰ ਪਰਮੇਸ਼ਵਰ ਨੇ ਸਵਰਗ ਦੂਤਾਂ ਦੀ ਰੋਟੀ ਖਵਾਈ। ਤੇ ਮੰਨਾ ਕਿੱਥੋਂ ਉਤਰਿਆ ਸੀ? ਸਵਰਗ ਤੋਂ। ਸਭਨਾਂ ਨੂੰ ਪਤਾ ਹੈ ਮੰਨਾ ਕਿੱਥੋਂ ਉਤਰਿਆ ਸੀ? ਸਵਰਗ ਤੋਂ ਉਤਰਿਆ ਸੀ। ਪਰਮੇਸ਼ਵਰ ਨੇ ਖੁਦ ਉਹਨਾਂ ਨੂੰ ਸਵਰਗ ਦੀ ਰੋਟੀ ਖਿਲਾਈ ਸੀ ਤੇ ਸਵਰਗ ਦੀ ਰੋਟੀ ਉਹਨਾਂ ਨੂੰ ਦਿੱਤੀ ਸੀ। ਤਾਂ ਹੀ ਜ਼ਬੂਰ ਦੇ ਵਿੱਚ ਲਿਖਦਾ ਹੈ ਪਰਮੇਸ਼ਵਰ ਦਾ ਵਚਨ ਕਿ ਮਨੁੱਖਾਂ ਨੇ ਜਾਂ ਮਨੁੱਖਾਂ ਨੂੰ ਪਰਮੇਸ਼ਵਰ ਨੇ ਸਵਰਗ ਦੂਤਾਂ ਦੀ ਕੀ ਦਿੱਤੀ ਹੈ? ਰੋਟੀ ਦਿੱਤੀ। ਉਹਨਾਂ ਨੇ ਸਵਰਗ ਦੂਤਾਂ ਦੀ ਕੀ ਖਾਧੀ ਹੈ? ਰੋਟੀ ਖਾਧੀ ਹੈ। ਤੇ ਉਹ ਕੀ ਮੰਨਿਆ ਗਿਆ ਸੀ? ਸਵਰਗ ਦੀ ਰੋਟੀ ਕਿਹਾ ਗਿਆ ਸੀ। ਤੇ ਜਦੋਂ ਅਸੀਂ ਨਵੇਂ ਨਿਯਮ ਦੇ ਵਿੱਚ ਪੜ੍ਹਦੇ ਹਾਂ ਤੇ ਯਿਸੂ ਮਸੀਹ ਖੁਦ ਨੂੰ ਕਹਿੰਦਾ, ਮੈਂ ਕੀ ਆ? ਜੀਵਨ ਦੀ ਕੀ ਆ? ਰੋਟੀ ਆ। ਜਿਸ ਤਰ੍ਹਾਂ ਇਹ ਇਜ਼ਰਾਈਲੀਆਂ ਦੇ ਕੋਲ ਮੰਨਾ ਇੱਕ ਪਰਮੇਸ਼ਵਰ ਦੇ ਪੁੱਤਰ ਦੇ ਲਈ ਭਵਿੱਖਬਾਣੀ ਬਣ ਕੇ ਆਇਆ ਸੀ ਕਿ ਜਿੱਦਾਂ ਸਵਰਗ ਤੋਂ ਮੰਨਾ ਉਤਰਿਆ, ਸਵਰਗ ਦੀ ਰੋਟੀ ਮੰਨਿਆ ਗਿਆ, ਇਸੇ ਕਰਕੇ ਇਸੇ ਤਰ੍ਹਾਂ ਯਿਸੂ ਮਸੀਹ ਇਸ ਦੁਨੀਆ ਤੇ ਸਵਰਗ ਦੀ ਰੋਟੀ ਜਾਂ ਜੀਵਨ ਦੀ ਰੋਟੀ ਬਣ ਕੇ ਆਵੇਗਾ। ਇਹ ਹੁਣ ਮੰਨਾ ਪਰਮੇਸ਼ਵਰ ਦੇ ਪੁੱਤਰ ਦੀ ਕੀ ਹੈ? ਭਵਿੱਖਬਾਣੀ ਨੂੰ ਕਰ ਰਿਹਾ। ਮੰਨਾ ਕੀ ਹੈ? ਭਵਿੱਖਬਾਣੀ ਨੂੰ ਕਰ ਰਿਹਾ। ਪਰਮੇਸ਼ਵਰ ਦੇ ਪੁੱਤਰ ਦੀ, ਯਿਸੂ ਮਸੀਹ ਦੇ ਆਉਣ ਦੀ ਸਿਰਫ ਇਹ ਨਹੀਂ ਪ੍ਰਤੀਕ ਕਰਦਾ ਕਿ ਉਹ ਇੱਕ ਮਸੀਹਾ ਆ। ਨਹੀਂ, ਮੰਨਾ ਪਰਮੇਸ਼ਵਰ ਦੇ ਪੁੱਤਰ ਦੀ ਕਿ ਆਵੇਗਾ, ਉਹ ਦੁੱਖ ਨੂੰ ਸਹੇਗਾ, ਉਹਨੂੰ ਸਲੀਬ ਤੇ ਚੜਾਇਆ ਜਾਏਗਾ, ਉਹਨੂੰ ਕੁਚਲਿਆ ਜਾਵੇਗਾ, ਉਹਨੂੰ ਮਾਰਿਆ ਜਾਏਗਾ। ਸਭ ਕੁਝ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਨੇ ਜੰਗਲ ਦੇ ਵਿੱਚ ਹੀ ਦਰਸਾ ਪ੍ਰਤੀਕ ਇੱਕ ਸਾਈਨ ਦੇ ਦਿੱਤਾ ਸੀ, ਪਰ ਉਹ ਸਮਝ ਨਹੀਂ ਪਾਈ।
ਸਭ ਕੁਝ ਪਰਮੇਸ਼ਵਰ ਨੇ ਦੱਸ ਦਿੱਤਾ ਹੈ ਮੰਨੇ ਦੇ ਜ਼ਰੀਏ। ਮੰਨਾ ਵੀ ਸਵਰਗ ਤੋਂ ਉਤਰਿਆ ਤੇ ਪਰਮੇਸ਼ਵਰ ਵੀ ਸਵਰਗ ਤੋਂ ਹੀ, ਪ੍ਰਭੂ ਵੀ ਸਵਰਗ ਤੋਂ ਹੀ ਉਤਰੇ। ਉਹਨਾਂ ਨੇ ਸਵਰਗ ਤੋਂ ਆਣ ਕੇ ਧਰਤੀ ਤੇ ਕੀ ਕੀਤਾ? ਜਨਮ ਲਿਆ। ਤੇ ਜਦੋਂ ਪੜ੍ਹਦੇ ਆ ਮੰਨਾ ਜਦੋਂ ਧਰਤੀ ਤੇ ਆਇਆ, ਜਦੋਂ ਵਚਨ ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਨੇ ਕਿਹਾ ਕਿ ਮੈਂ ਇਹਨਾਂ ਨੂੰ ਮੰਨਾ ਖਵਾਵਾਂਗਾ। ਸਵੇਰ ਨੂੰ ਜਦੋਂ ਤੁਸੀਂ ਬਾਹਰ ਨਿਕਲੋਗੇ ਤਰੇਲ ਧਰਤੀ ਤੇ ਪਈ ਹੋਵੇਗੀ, ਮੰਨਾ ਐਦਾਂ ਕੀ ਹੋਵੇਗਾ? ਡਿੱਗਿਆ ਹੋਵੇਗਾ। ਤੇ ਜਦੋਂ ਲੋਕ ਮੰਨਾ ਨੂੰ ਵੇਖਦੇ ਨੇ, ਉਹ ਭੋਜਨ ਨੂੰ ਵੇਖਦੇ ਨੇ, ਤਾਂ ਉਹ ਇੱਕ ਸਵਾਲ ਕਰਦੇ ਨੇ, ਇਹ ਕੀ ਹੈ? ਸਵਾਲ ਪੁੱਛਦੇ ਨੇ ਇਹ ਕੀ ਹੈ, ਕਿਉਂਕਿ ਉਹਨਾਂ ਨੇ ਭੋਜਨ ਇਹ ਕਦੀ ਨਹੀਂ ਸੀ ਵੇਖਿਆ, ਤੇ ਪੁੱਛਦੇ ਨੇ ਇਹ ਕੀ ਆ। ਤੇ ਜਦੋਂ ਅਸੀਂ ਨਵੇਂ ਨਿਯਮ ਦੇ ਵਿੱਚ ਪੜ੍ਹਦੇ ਹਾਂ ਤੇ ਜਦੋਂ ਯਿਸੂ ਮਸੀਹ ਨੇ ਸੇਵਾ ਸਟਾਰਟ ਕੀਤੀ, ਜਦੋਂ ਯਿਸੂ ਮਸੀਹ ਦੁਨੀਆ ਤੇ ਆਏ ਤਾਂ ਲੋਕਾਂ ਨੇ ਵੀ ਇਹੀ ਸਵਾਲ ਪੁੱਛਿਆ, ਇਹ ਕੌਣ ਆ? ਮੰਨਾ ਦੇ ਵਾਰੀ ਵੀ ਕਿਹਾ ਕਿ ਇਹ ਕੀ ਹੈ, ਕਿਉਂਕਿ ਉਦੋਂ ਵੀ ਉਹਨਾਂ ਨੂੰ ਸਮਝ ਨਹੀਂ ਆਈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ। ਸਿਰਫ ਇੰਨਾ ਕਿ ਪਰਮੇਸ਼ਵਰ ਨੇ ਸਾਨੂੰ ਰੋਟੀ ਖਾਣ ਨੂੰ ਦਿੱਤੀ ਹੈ, ਉਹ ਸਿਰਫ ਖਾਣ ਦੇ ਵਿੱਚ ਸੰਤੁਸ਼ਟ ਸੀ। ਉਹਨਾਂ ਨੂੰ ਇੰਨਾ ਸਾਹਸ ਹੋਇਆ ਕਿ ਸਾਨੂੰ ਖਾਣ ਦੇ ਲਈ ਕੁਝ ਮਿਲ ਚੁੱਕਿਆ ਹੈ। ਤੇ ਜਦੋਂ ਯਿਸੂ ਮਸੀਹ ਨੇ ਜਨਮ ਲਿਆ, ਸੇਵਕਾਈ ਸਟਾਰਟ ਕੀਤੀ, ਤਾਂ ਲੋਕ ਵੀ, ਜਾਜਕ, ਫਰੀਸੀ ਸਾਰੇ ਪੁੱਛਦੇ ਸੀ ਇਹ ਕੌਣ ਆ? ਕੀ ਇਹ ਯਹੂਦਾ ਦਾ ਜਾਂ ਯਹੂਦੀ ਹੈ? ਕਿ ਇਹ ਮਸੀਹਾ ਆ? ਕਿਆ ਇਹ ਭਵਿਸ਼ਵਕਤਾ ਆ? ਉਹਨਾਂ ਨੇ ਵੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਤੇ ਪ੍ਰਿਯਜਨੋ, ਜਿਹੜਾ ਮੰਨਾ ਆ ਉਹ ਪ੍ਰਭੂ ਯਿਸੂ ਮਸੀਹ ਦੀ ਭਵਿਸ਼ਵਾਣੀ ਕਰਦਾ ਹੈ। ਪ੍ਰਭੂ ਯਿਸੂ ਦੇ ਮਸੀਹ ਦੇ ਬਾਰੇ ਦੱਸਦਾ ਹੈ ਕਿ ਇੱਕ ਸਵਰਗ ਤੋਂ ਰੋਟੀ ਆਵੇਗੀ। ਯਿਸੂ ਮਸੀਹ ਦੇ ਬਾਰੇ ਕਿ ਸਵਰਗ ਤੋਂ ਰੋਟੀ ਆਵੇਗੀ, ਉਹ ਸਾਡੇ ਲਈ ਕੁਚਲਿਆ ਜਾਵੇਗਾ, ਉਹ ਸਾਡੇ ਲਈ ਮਾਰਿਆ ਜਾਏਗਾ, ਉਹ ਸਾਡੇ ਲਈ ਦਫਨਾਇਆ ਜਾਏਗਾ, ਪਰ ਫਿਰ ਤੀਸਰੇ ਦਿਨ ਉਹ ਕੀ ਹੋ ਜਾਵੇਗਾ? ਜ਼ਿੰਦਾ ਹੋ ਜਾਵੇਗਾ। ਹੁਣ ਇਸ ਜਗ੍ਹਾ ਤੇ ਅਸੀਂ ਪੜਾਂਗੇ ਸਭ ਤੋਂ ਪਹਿਲਾਂ ਕਿ ਕਿਉਂ ਕਿਹਾ ਗਿਆ ਕਿ ਮੰਨਾ ਪ੍ਰਭੂ ਯਿਸੂ ਮਸੀਹ ਦੇ ਬਾਰੇ ਪ੍ਰਤੀਕ ਆ। ਹਾਂ, ਉਹ ਤੇ ਇੱਕ ਕਿ ਉਹ ਵੀ ਸਵਰਗ ਤੋਂ ਰੋਟੀ ਉਤਰੀ ਤੇ ਇਹ ਵੀ ਸਵਰਗ ਤੋਂ ਹੀ ਉਤਰਿਆ। ਅੱਗੇ ਅਸੀਂ ਵੇਖੀਏ, ਜਦੋਂ ਪੜ੍ਹਦੇ ਆ ਗਿਣਤੀ 11 ਦੀ 7 ਆਇਤ ਵਿੱਚ ਅਸੀਂ ਪੜ੍ਹ ਦਵਾਂਗੇ। ਗਿਣਤੀ 11 ਦੀ 7 ਆਇਤ ਪੜ੍ਹ ਦਵਾਂਗੇ। ਉਹ ਮਨ ਧਨੀਏ ਵਰਗਾ ਸੀ ਅਤੇ ਮੋਤੀ ਵਾਂਗੂ ਦਿਸਦਾ ਸੀ। ਆਮੀਨ, ਹਾਲੇਲੂਇਆ, ਹਾਲੇਲੂਇਆ। ਮੰਨਾ ਹੁਣ ਕਿਹਦੇ ਵਰਗਾ ਸੀ? ਧਨੀਏ ਦੇ ਵਰਗਾ। ਧਨੀਏ ਦੇ ਜਿਹੜੇ ਬੀਜ ਹੁੰਦੇ ਨੇ, ਮੰਨਾ ਉਸ ਦੇ ਵਰਗਾ ਸੀ। ਤੇ ਉਹ ਕਿੱਦਾਂ ਦਾ ਦਿਖਦਾ ਸੀ? ਮੋਤੀ ਵਰਗਾ ਦਿਖਦਾ ਸੀ। ਹੁਣ ਇਸ ਜਗ੍ਹਾ ਤੇ ਮੰਨਾ ਧਨੀਆ ਨਹੀਂ ਆ, ਧਨੀਏ ਦੇ ਬੀਜ ਦੇ ਵਾਂਗੂ ਕੀ ਕਰਦਾ ਸੀ? ਦਿਖਦਾ ਸੀ। ਤੇ ਜੇ ਕੁੱਤੇ ਤੁਸੀਂ ਬੀਜ ਨੂੰ ਵੇਖੋ ਗੌਰ ਦੇ ਨਾਲ, ਜਿਹੜਾ ਧਨੀਏ ਦਾ ਬੀਜ ਹੈ ਉਸ ਨੂੰ ਜਦੋਂ ਤੁਸੀਂ ਗੌਰ ਨਾਲ ਵੇਖੋਗੇ ਤੇ ਧਨੀਏ ਦੇ ਬੀਜ ਤੇ ਥੋੜੀਆਂ ਲਹਿਰਾਂ ਬਣੀਆਂ ਹੋਣੀਆਂ ਨੇ, ਲੀਕਾਂ ਬਣੀਆਂ ਹੁੰਦੀਆਂ ਹੈ। ਜਦੋਂ ਤੁਸੀਂ ਧਨੀਏ ਦੇ ਬੀਜ ਨੂੰ ਦੇਖੋਗੇ ਨਾ ਤਾਂ ਉਹਦੇ ਉੱਤੇ ਲੀਕਾਂ ਬਣੀਆਂ ਹੁੰਦੀਆਂ ਨੇ, ਧਾਰਾਈ, ਉਹਦੇ ਉੱਤੇ ਰੇਖਾਵਾਂ ਖਿੱਚੀਆਂ ਹੁੰਦੀਆਂ ਨੇ। ਤੇ ਇਹ ਧਨੀਏ ਦੇ ਬੀਜ ਦੇ ਸਮਾਨ ਕਿਉਂ ਗਿਣਿਆ ਜਾਂਦਾ ਹੈ? ਜਦੋਂ ਅਸੀਂ ਪੜ੍ਹਦੇ ਹਾਂ ਜ਼ਬੂਰ 129 ਦੀ 3 ਆਇਤ ਦੇ ਵਿੱਚ, ਉਸ ਦੇ ਵਿੱਚ ਲਿਖਿਆ, ਹੱਲ ਵਾਲੋਂ ਨੇ ਮੇਰੀ ਪੀਠ पे हल फेरा और रेखाएं खींची, कि हल वालियां ने मेरी पिठ दे उत्ते हल भी वाया ते लकीरां की करतियां खिच्चियां। हुण इस जगह ते धनिए दे बीज नूं यीशु मसीह दे कोड़े खान दे, जिहड़ा कोड़े खांदे ने जां कोड़े खाए जाने ने, ओदा प्रतीक दसदा है, ओदे बारे भविष्यवाणी करदा है। धनिए दे बीज दे उत्ते लीकां वगियां ने, ਉਹ ਇਹ ਦਰਸਾ ਰਿਹਾ ਹੈ ਕਿ ਯਿਸੂ ਮਸੀਹ ਦੇ ਕੋੜੇ ਵੱਜਣੇ ਨੇ ਜਾਂ ਪਰਮੇਸ਼ਵਰ ਦੇ ਪੁੱਤਰ ਨੇ ਸਾਡੀ ਖਾਤਰ ਕੀ ਕਰਨੇ ਨੇ? ਕੋੜੇ ਖਾਣੇ ਨੇ। ਤੇ ਕਿੰਨੇ ਕੋੜੇ ਖਾਦੇ ਨੇ? 39 ਕੋੜੇ ਖਾਦੇ ਨੇ। ਜਦੋਂ ਅਸੀਂ ਇਸ ਦੇ ਵਿੱਚੋਂ ਪੜ੍ਹਦੇ ਹਾਂ, ਧਨੀਏ ਦਾ ਬੀਜ ਵੀ ਆਂਦੀ, ਉਹ ਮੰਨਾ ਸਿਰਫ ਇਹਨੇ ਕਿ ਧਨੀਏ ਨੂੰ ਕਿਹਾ ਗਿਆ, ਉਹ ਧਨੀਏ ਦੇ ਵਰਗਾ ਕੀ ਕਰਦਾ ਸੀ? ਦਿਖਦਾ ਸੀ। ਤੇ ਧਨੀਏ ਦੇ ਬੀਜ ਤੇ ਵੀ ਉਹ ਲਹਿਰਾਂ ਬਣੀਆਂ ਹੁੰਦੀਆਂ ਨੇ, ਉਹ ਲਕੀਰਾਂ ਬਣੀਆਂ ਹੁੰਦੀਆਂ ਨੇ। ਤੇ ਇਸੇ ਤਰ੍ਹਾਂ ਯਿਸੂ ਮਸੀਹ ਦੀ ਤੁਲਨਾ ਮੰਨਾ ਦੇ ਨਾਲ ਕੀਤੀ ਗਈ ਹੈ, ਕਿਉਂਕਿ ਯਿਸੂ ਮਸੀਹ ਜਦੋਂ ਆਏਗਾ ਉਸ ਦੀ ਵੀ ਪਿੱਠ ਉੱਤੇ ਕੀ ਵੱਜਣਗੇ? ਕੋੜੇ ਵੱਜਣਗੇ। ਅਸੀਂ ਵੀਡੀਓਜ਼ ਵੇਖਦੇ ਹਾਂ, ਯਿਸੂ ਮਸੀਹ ਦੀ ਸਲੀਬੀ ਮੌਤ ਦੀ ਵੀਡੀਓਜ਼ ਵੇਖਦੇ ਹਾਂ, ਜਦੋਂ ਕੋੜੇ ਵੱਜਦੇ ਨੇ ਤੇ ਨਿਸ਼ਾਨ ਬਣਦੇ ਆਂਦੇ ਨੇ, ਲਹਿਰਾਂ ਬਣਦੀਆਂ ਨੇ, ਲੰਮੀਆਂ ਲੰਮੀਆਂ ਲਾਈਨਾਂ ਬਣਦੀਆਂ ਨੇ, ਕੋੜੇ ਵੱਜਦੇ ਨੇ। ਉਸੇ ਤਰ੍ਹਾਂ ਧਨੀਏ ਨੂੰ ਪ੍ਰਤੀਕ ਮੰਨਿਆ ਗਿਆ ਕਿ ਧਨੀਏ ਦੇ ਸਮਾਨ ਉਸ ਦੀ ਪਿੱਠ ਤੇ ਵੀ ਕੀ ਹੋਣਗੀਆਂ? ਲਕੀਰਾਂ ਵਗਣਗੀਆਂ। ਅਸੀਂ 129 ਦੇ 3 ਪੜ੍ਹ ਦਵਾਂਗੇ। ਹਾਲੀ ਨੇ ਮੇਰੇ ਪਿੱਠ ਉੱਤੇ ਹੱਲ ਵਾਇਆ, ਹਾਂਜੀ, ਉਹਨੇ ਲੰਬੇ ਲੰਬੇ ਸਿਆੜ ਮਾਰੇ। ਲੰਬੇ ਲੰਬੇ ਕੀ ਮਾਰੇ? ਸਿਆੜ ਮਾਰੇ। ਜਦੋਂ ਅਸੀਂ ਹਿੰਦੀ ਦੇ ਵਿੱਚ ਪੜ੍ਹਦੇ ਹਾਂ, ਵਚਨ ਲਿਖਦਾ ਹੈ, ਲੰਬੀ ਲੰਬੀ ਰੇਖਾ ਖਿੱਚੀ, ਲੀਕਾਂ ਖਿੱਚੀਆਂ, ਲੰਬੀ ਲੰਬੀ ਲਾਈਨਾਂ ਖਿੱਚੀਆਂ। ਇਸੇ ਲਈ
ਇਜ਼ਰਾਈਲੀਆਂ ਨੂੰ ਮੰਨਾ ਦਿੱਤਾ ਗਿਆ ਸੀ ਤਾਂ ਜੋ ਉਹ ਪਹਿਚਾਨ ਸਕਣ ਕਿ ਇੱਕ ਸਵਰਗ ਦੀ ਰੋਟੀ ਸਵਰਗ ਤੋਂ ਆਵੇਗੀ ਤੇ ਉਹਦੇ ਪਿੱਠ ਤੇ ਵੀ ਲੀਕਾਂ ਵੱਜਣਗੀਆਂ। ਉਹ ਕਿੱਦਾਂ ਵੱਜਣਗੀਆਂ? ਕੋੜੇ ਖਾਣ ਦੇ ਕਰਕੇ। ਪਰਮੇਸ਼ਵਰ ਨੇ ਸਾਡੇ ਲਈ ਆਪਣੇ ਪੁੱਤਰ ਨੂੰ ਬਖਸ਼ ਦਿੱਤਾ ਹੈ। ਖੁਦਾਵੰਦ ਨੇ ਸਾਡੇ ਲਈ ਕੋੜੇ ਖਾਦੇ ਨੇ, ਸਾਡੇ ਲਈ ਖਾਦੇ ਨਾ। ਕਿ ਮੰਨਦੇ ਹੋ ਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਦੇ ਦਿੱਤਾ? ਸਾਡੇ ਲਈ ਕੀ ਕਹਤੇ ਨੇ? ਕੋੜੇ ਖਾਦੇ ਨੇ। ਤੇ ਉਹਦੇ ਕੋੜੇ ਖਾਣ ਦੇ ਨਾਲ ਅਸੀਂ ਕੀ ਕੀਤੇ ਗਏ ਆ? ਚੰਗੇ ਕੀਤੇ ਗਏ, ਅਸੀਂ ਨਰੋਏ ਕੀਤੇ ਗਏ ਆ। ਪਰ ਅਸੀਂ ਇਹ ਤੇ ਭਵਿਸ਼ਵਾਣੀ ਸੀ ਪਰ ਉਹਨਾਂ ਨੂੰ ਸਮਝ ਨਹੀਂ ਆਈ। ਪਰ ਸਾਡੇ ਸਾਹਮਣੇ ਇਹ ਭਵਿਸ਼ਵਾਣੀ ਪੂਰੀ ਵੀ ਹੋ ਚੁੱਕੀ ਹੈ ਕਿੰਨੇ ਸਾਲ, ਪਰ ਅਸੀਂ ਫਿਰ ਵੀ ਵਿਸ਼ਵਾਸ ਨਹੀਂ ਕਰਦੇ ਕਿ ਉਹਦੇ ਕੋੜੇ ਖਾਣ ਦੇ ਨਾਲ ਅਸੀਂ ਕੀ ਕੀਤੇ ਗਏ ਆ? ਨਰੋਏ ਕੀਤੇ ਗਏ। ਅਸੀਂ ਹਰ ਪਲ ਕਹਿੰਦੇ ਆ ਅਸੀਂ ਬਿਮਾਰ ਆ, ਸਾਨੂੰ ਆ ਮੁਸ਼ਕਲ ਆ, ਸਾਨੂੰ ਆ ਪਰੇਸ਼ਾਨੀ ਆ, ਅਸੀਂ ਆ ਨਹੀਂ ਕਰ ਸਕਦੇ। ਪਰ ਵਚਨ ਕਹਿੰਦਾ ਹੈ ਉਹਦੇ ਕੋੜੇ ਖਾਣ ਨਾਲ ਤੁਸੀਂ ਕੀ ਕੀਤੇ ਗਏ ਹੋ? ਚੰਗੇ ਕੀਤੇ ਗਏ, ਤੁਸੀਂ ਨਰੋਏ ਕੀਤੇ ਗਏ ਹੋ। ਤੇ ਜਦੋਂ ਸਾਨੂੰ ਪਤਾ ਹੈ ਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਦੇ ਦਿੱਤਾ, ਉਸਨੇ ਸਾਡੇ ਲਈ ਕੋੜੇ ਖਾਦੇ, ਤਾਂ ਸਾਨੂੰ ਵੀ ਇਕਰਾਰ ਕਰਨਾ ਚਾਹੀਦਾ ਹੈ, ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਆ ਸਮੱਸਿਆ ਹੈ ਤੇ ਤੇਰੇ ਕੋੜੇ ਖਾਣ ਨਾਲ ਮੈਂ ਕੀ ਕੀਤੀ ਗਈ ਆ? ਚੰਗੀ ਕੀਤੀ। ਤੁਹਾਨੂੰ ਪਤਾ 39 ਕੋੜੇ ਕਿਉਂ ਵੱਜੇ? ਕਿਉਂ 39 ਵੱਜੇ? ਕਿਉਂ 40 ਨਹੀਂ ਵੱਜੇ? ਕਿਉਂ 40 ਨਹੀਂ ਵੱਜੇ ਜਾਂ 50 ਨਹੀਂ ਵੱਜੇ? ਕਿਉਂ 39 ਕੋੜੇ ਹੀ ਪ੍ਰਭੂ ਨੂੰ ਵੱਜੇ? ਜਦੋਂ ਅਸੀਂ ਪੜ੍ਹਦੇ ਆ ਡਾਕਟਰੀ ਲਾਈਨ ਦੇ ਵਿੱਚ 39 ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਬਹੁਤ ਹੀ ਖਤਰਨਾਕ ਨੇ। ਜਿਹੜੇ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ 39 ਇਹੋ ਜਿਹੀਆਂ ਬਿਮਾਰੀਆਂ ਨੇ। ਤਾਂ ਉਹਨਾਂ ਬਿਮਾਰੀਆਂ ਦਾ ਕਰਕੇ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ 39 ਕੋੜੇ ਮਰਵਾਏ। 39 ਕੋੜੇ ਇਸ ਲਈ ਕਿ ਉਹ ਜਿਹੜੀਆਂ ਬਿਮਾਰੀਆਂ ਸੀ ਉਸ ਤੋਂ ਪਹਿਲਾਂ ਹੀ ਸਾਨੂੰ ਕੀ ਮਿਲ ਸਕੇ? ਚੰਗਿਆਈ ਮਿਲ ਸਕੇ। ਜਿਹੜੀਆਂ ਅਜੇ ਆਉਣੀਆਂ ਸੀ ਉਹਨਾਂ ਦੇ ਪਹਿਲਾਂ ਹੀ, ਆਉਣ ਤੋਂ ਪਹਿਲਾਂ ਹੀ ਪ੍ਰਭੂ ਨੇ 39 ਕੋੜੇ ਖਾਦੇ ਕਿ ਅਸੀਂ ਕੀ ਹੋਈਏ? ਨਰੋਏ ਕੀਤੇ ਜਾਈਏ। ਇਸ ਲਈ ਪ੍ਰਭੂ ਨੇ 39 ਕੋੜੇ ਖਾਦੇ। 39 ਇਹੋ ਜਿਹੀਆਂ ਬਿਮਾਰੀਆਂ ਨੇ। ਅਸੀਂ ਵੇਖ ਲਈਏ ਅੱਜ ਨਵੀਂ ਤੋਂ ਨਵੀਂ ਕੀ ਆ ਰਹੀ ਹੈ? ਬਿਮਾਰੀ ਆ ਰਹੀ ਹੈ। ਪਰ 39 ਇਹੋ ਜਿਹੀ ਜਿਹੜੀਆਂ ਖਤਰਨਾਕ ਬਿਮਾਰੀਆਂ ਨੇ ਉਹਦਾ ਕਰਕੇ ਪ੍ਰਭੂ ਨੇ 39 ਕੋੜੇ ਖਾਦੇ ਨੇ। ਪਰ ਅਸੀਂ ਇਕਰਾਰ ਨਹੀਂ ਕਰਦੇ, ਅਸੀਂ ਵਿਸ਼ਵਾਸ ਨਹੀਂ ਕਰਦੇ। ਇਜ਼ਰਾਈਲੀਆਂ ਨੇ ਵੀ ਵਿਸ਼ਵਾਸ ਨਹੀਂ ਕੀਤਾ ਜਦੋਂ ਮੰਨਾ ਉਹਨਾਂ ਦੇ ਸਾਹਮਣੇ ਉਤਰਿਆ, ਉਹਨਾਂ ਨੇ ਵੀ ਨਹੀਂ ਵਿਸ਼ਵਾਸ ਕੀਤਾ। ਪਰ ਅੱਜ ਜਦੋਂ ਮੰਨਾ ਜਦੋਂ ਉਹ ਕੁਚਲਿਆ ਗਿਆ, ਉਹ ਤੇ ਕੋੜੇ ਵੱਜ ਚੁੱਕੇ ਨੇ, ਪਰ ਅਸੀਂ ਵੀ ਕੀ ਕਰਦੇ? ਵਿਸ਼ਵਾਸ ਨਹੀਂ ਕਰਦੇ ਪਏ ਕਿ ਪ੍ਰਭੂ ਦੇ ਕੋੜੇ ਖਾਣ ਦੇ ਨਾਲ ਅਸੀਂ ਕੀ ਕੀਤੇ ਗਏ ਆ? ਚੰਗੇ ਕੀਤੇ ਗਏ ਜਾਂ ਨਰੋਏ ਕੀਤੇ ਗਏ। ਪ੍ਰਿਯਜਨੋ, ਸਾਡਾ ਇਕਰਾਰ ਕਰਨਾ ਜ਼ਰੂਰੀ ਹੈ ਪਰਮੇਸ਼ਵਰ ਦੇ ਅੱਗੇ, ਪ੍ਰਭੂ ਦੇ ਅੱਗੇ। ਪ੍ਰਭੂ ਤੇਰੇ ਕੋੜੇ ਖਾਣ ਨਾਲ ਮੈਂ ਕੀਤੀ ਗਈ ਆ? ਚੰਗੀ ਕੀਤੀ ਗਈ ਆ। ਜਿਹੜੀ ਬਿਮਾਰੀ, ਇਸ ਬਿਮਾਰੀ ਦਾ ਨਾਮ ਲੈ ਕੇ ਪ੍ਰਭੂ ਇਸ ਬਿਮਾਰੀ ਜੋ ਮੇਰੇ ਜੀਵਨ ਦੇ ਵਿੱਚ ਹੈ, ਤੇਰੇ ਕੋੜੇ ਖਾਣ ਨਾਲ ਮੈਂ ਇਸ ਬਿਮਾਰੀ ਤੋਂ ਕੀ ਕੀਤੀ ਗਈ ਆ? ਚੰਗੀ ਕੀਤੀ ਗਈ ਜਾਂ ਚੰਗਾ ਕੀਤਾ ਗਿਆ ਹੈ। ਇਸ ਲਈ ਤੇ ਇੱਕ ਮੰਨਾ ਉਹਨਾਂ ਦੇ ਕੋਲ ਆਇਆ ਕਿ ਉਹ ਧਾਰੀਆਂ ਬਣੀਆਂ ਕਿ ਉਹ ਤੁਹਾਡੇ ਲਈ ਕੋੜੇ ਖਾਵੇਗਾ, ਆਪਣੇ ਲਈ ਨਹੀਂ ਖਾਦੇ। ਕਿ ਪ੍ਰਭੂ ਨੇ ਆਪਣੇ ਲਈ ਕੋੜੇ ਖਾਦੇ? ਨਹੀਂ, ਪਰਮੇਸ਼ਵਰ ਨੇ ਕਾਹਦੇ ਲਈ ਪੁੱਤਰ ਦਿੱਤਾ? ਤੁਹਾਡੇ ਅਤੇ ਮੇਰੇ ਵਾਸਤੇ। ਕੋੜੇ ਕਿੱਦਾਂ ਦੇ ਵਾਸਤੇ ਖਾਦੇ? ਤੁਹਾਡੇ ਅਤੇ ਮੇਰੇ ਵਾਸਤੇ। ਕਾਹਦੇ ਲਈ ਖਾਦੇ? ਕਿ ਅਸੀਂ ਨਰੋਏ ਕੀਤੇ ਜਾਈਏ, ਅਸੀਂ ਚੰਗੇ ਕੀਤੇ ਜਾਈਏ। ਤੇ ਫਿਰ ਅੱਜ ਸਾਡਾ ਇਕਰਾਰ ਕਿੱਥੇ ਆ? ਅੱਜ ਕਿਉਂ ਅਸੀਂ ਇਕਰਾਰ ਨਹੀਂ ਕਰਦੇ? ਕਿਉਂ ਅਸੀਂ ਵਿਸ਼ਵਾਸ ਨਹੀਂ ਕਰਦੇ ਕਿ ਪ੍ਰਭੂ ਤੇਰੇ ਕੋੜੇ ਖਾਣ ਨਾਲ ਮੈਂ ਕੀ ਕੀਤੀ ਗਈ ਆ? ਚੰਗੀ ਕੀਤੀ ਗਈ ਆ। ਇਸ ਜਗ੍ਹਾ ਤੇ ਜਿਹੜਾ ਹੈ ਪੜ੍ਹਦੇ ਹਾਂ, ਜਦੋਂ ਅਸੀਂ ਜਿਹੜਾ ਯਿਸੂ ਮਸੀਹ ਦੀ ਤੁਲਨਾ ਵੀ ਮੰਨਾ ਦੇ ਧਨੀਏ ਦੇ ਬੀਜ ਦੇ ਸਮਾਨ ਕੀਤੀ ਗਈ ਹੈ ਕਿ ਉਹ ਆਵੇਗਾ ਤੇ ਸਾਡੇ ਲਈ ਕੀ ਕਰੇਗਾ? ਕੋੜੇ ਖਾਵੇਗਾ। ਤੇ ਉਹਦੇ ਕੋੜੇ ਖਾਣ ਨਾਲ ਅਸੀਂ ਕੀ ਕੀਤੇ ਜਾਵਾਂਗੇ? ਚੰਗੇ ਕੀਤੇ ਜਾਵਾਂਗੇ। ਪਹਿਲਾ ਕਿ ਉਹ ਧਨੀਏ ਦੇ ਬੀਜ ਦੇ ਸਮਾਨ ਹੈ, ਇਸ ਲਈ ਧਨੀਏ ਦੇ ਬੀਜ ਦੇ ਨਾਲ ਤੁਲਨਾ ਕੀਤੀ ਗਈ ਕਿ ਉਹ ਸਾਡੇ ਲਈ ਕੀ ਖਾਵੇਗਾ? ਕੋੜੇ ਖਾਵੇਗਾ। ਦੂਸਰਾ ਅਸੀਂ ਪੜਾਂਗੇ ਮੰਨਾ ਨੂੰ, ਜਦੋਂ ਉਹ ਉਤਰਿਆ ਸੀ ਸਿੱਧਾ ਮੰਨਾ ਨੂੰ ਜਾ ਕੇ ਖਾਂਦੇ ਨਹੀਂ ਸੀ, ਉਸ ਨੂੰ ਕੀ ਕਰਦੇ ਸੀ? ਉਖਲੀ ਦੇ ਵਿੱਚ ਜਾ ਕੇ ਕੁੱਟਦੇ ਸੀ। ਉਸ ਨੂੰ ਉਖਲੀ ਦੇ ਵਿੱਚ ਕੁੱਟ ਕੇ, ਉਸ ਨੂੰ ਪੀਸ ਕੇ, ਉਸ ਨੂੰ ਫੇਰ ਕੀ ਕਰਦੇ ਸੀ? ਬਣਾ ਕੇ ਤੇ ਖਾਂਦੇ ਸੀ। ਕੀ ਕਰਦੇ ਸੀ? ਮੰਨਾ ਨੂੰ ਪਹਿਲਾਂ ਉਖਲੀ ਦੇ ਵਿੱਚ ਕੁੱਟਦੇ ਹੀ, ਪੀਸਦੇ ਹੀ, ਫਿਰ ਉਸ ਦਾ ਕੁਝ ਬਣਾ ਕੇ ਤੇ ਫਿਰ ਕੀ ਕਰਦੇ ਸੀ? ਖਾਂਦੇ ਸੀ। ਉਹ ਉਸੇ ਤਰ੍ਹਾਂ ਨਹੀਂ ਚੁੱਕ ਕੇ ਖਾ ਲੈਂਦੇ ਸੀ, ਪਹਿਲਾਂ ਉਸ ਨੂੰ ਕੁੱਟਦੇ ਸੀ, ਪੀਸਦੇ ਸੀ, ਫਿਰ ਖਾਂਦੇ ਸੀ। ਉਸੇ ਤਰ੍ਹਾਂ ਯਿਸੂ ਮਸੀਹ ਜਿਹੜਾ ਸਵਰਗ ਦੀ ਰੋਟੀ ਹੈ, ਉਸ ਨੂੰ ਵੀ ਪ੍ਰਿਯਜਨੋ ਜਦੋਂ ਧਰਤੀ ਤੇ ਆਇਆ ਪਹਿਲਾਂ ਕੁਚਲਿਆ ਗਿਆ, ਪੀਸਿਆ ਗਿਆ, ਉਸ ਨੂੰ ਮਾਰਿਆ ਗਿਆ, ਫਿਰ ਜਾ ਕੇ ਅਸੀਂ ਪ੍ਰਭੂ ਭੋਜ ਦੇ ਵਿੱਚ ਕੀ ਹੁੰਨੇ ਆ? ਸ਼ਾਮਿਲ ਹੁੰਨੇ ਆ।
ਮੰਨਾ ਦੀ ਤਾਂ ਤੁਲਨਾ ਕੀਤੀ ਗਈ ਹੈ ਕਿ ਪ੍ਰਭੂ ਸਾਡੇ ਲਈ ਆਵੇਗਾ, ਉਹ ਮਾਰਿਆ ਜਾਵੇਗਾ, ਉਹ ਦਫਨਾਇਆ ਜਾਏਗਾ, ਉਹ ਗਾੜਿਆ ਜਾਏਗਾ, ਉਸ ਨੂੰ ਕੁੱਟਿਆ ਜਾਵੇਗਾ, ਉਸ ਦੇ ਮੂੰਹ ਤੇ ਥੱਪੜ ਮਾਰੇ ਜਾਣਗੇ, ਉਸ ਦੀ ਦਾੜੀ ਨੂੰ ਨੋਚਿਆ ਜਾਵੇਗਾ, ਤਾਂ ਫਿਰ ਉਹ ਪ੍ਰਭੂ ਭੋਜ ਦੇ ਵਿੱਚ ਅਸੀਂ ਸ਼ਾਮਿਲ ਹੋ ਪਾਵਾਂਗੇ। ਫਿਰ ਅਸੀਂ ਉਹ ਰੋਟੀ ਨੂੰ ਕੀ ਲੈਂਦੇ ਆ, ਗ੍ਰਹਿਣ ਕਰਦੇ ਆ। ਤੇ ਉਹ ਰੋਟੀ ਸਿਰਫ ਸਾਨੂੰ ਕੀ ਕਰਦੀ ਹੈ, ਅਸੀਂ ਖਾ ਕੇ ਤ੍ਰਿਪਤ ਨਹੀਂ ਹੁੰਦੇ, ਪਰ ਸਾਡੀ ਆਤਮਿਕ ਜ਼ਿੰਦਗੀ ਦੇ ਵਿੱਚ ਵੀ ਕਾਰਿਆ ਕਰਦੀ ਹੈ, ਸਾਡੀ ਸਰੀਰਕ ਜ਼ਿੰਦਗੀ ਦੇ ਵਿੱਚ ਵੀ ਕੀ ਕਰਦੀ ਹੈ, ਕਾਰਿਆ ਕਰਦੀ ਹੈ। ਤੇ ਜਦੋਂ ਅਸੀਂ ਮੰਨਾ ਦੇ ਬਾਰੇ ਪੜ੍ਹਦੇ ਆ, ਮੰਨਾ ਦੇ ਬਾਰੇ ਲਿਖਿਆ ਹੈ ਕਿ ਜੇ ਉਹਨੂੰ ਕੋਈ ਛੋਟਾ ਖਾਂਦਾ ਸੀ, ਛੋਟਾ ਬੱਚਾ ਖਾਂਦਾ ਸੀ, ਉਹ ਉਸ ਦੇ ਦੁੱਧ ਦੇ ਵਾਂਗ, ਜਿਹੜਾ ਵੱਡਾ ਖਾਂਦਾ ਸੀ ਉਹ ਰੋਟੀ ਦੇ ਸਮਾਨ ਹੁੰਦਾ ਸੀ, ਜਿਹੜਾ ਬਜ਼ੁਰਗ ਖਾਂਦਾ ਸੀ ਉਸ ਦੇ ਲਈ ਸ਼ਹਿਦ ਦੇ ਸਮਾਨ ਹੁੰਦਾ ਸੀ। ਕਿ ਜਿਸ ਤਰ੍ਹਾਂ ਕੋਈ ਵਿਅਕਤੀ ਖਾਂਦਾ ਸੀ, ਜਿੱਦਾਂ ਛੋਟੇ ਬੱਚੇ ਨੂੰ ਦੁੱਧ ਚਾਹੀਦਾ ਹੈ, ਮੰਨਾ ਖਾਂਦੇ ਸੀ, ਉਹ ਦੁੱਧ ਦੇ ਸਮਾਨ ਹੀ ਉਸ ਦੀ ਜ਼ਿੰਦਗੀ ਦੇ ਵਿੱਚ ਕਾਰਿਆ ਕਰਦਾ ਸੀ। ਜਵਾਨ ਖਾਂਦਾ ਸੀ, ਉਹ ਰੋਟੀ ਦੇ ਸਮਾਨ ਉਸ ਦੀ ਜ਼ਿੰਦਗੀ ਦੇ ਵਿੱਚ ਕਾਰਿਆ ਕਰਦਾ ਸੀ, ਤਾਕਤ ਦਿੰਦਾ ਸੀ। ਜਦ ਬਜ਼ੁਰਗ ਖਾਂਦਾ ਸੀ, ਬਜ਼ੁਰਗ ਨੂੰ ਵੀ ਇੱਕ ਕਹਿੰਦੇ ਮਧੂ ਦੇ ਵਾਂਗੂ, ਸ਼ਹਿਦ ਦੇ ਵਾਂਗੂ ਮਿੱਠਾ ਸੀ, ਉਹਨਾਂ ਨੂੰ ਤਾਕਤ ਦਿੰਦਾ ਸੀ। ਤੇ ਪ੍ਰਿਯਜਨੋ, ਜੇ ਅੱਜ ਅਸੀਂ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੁੰਦੇ ਆ, ਤਾਂ ਸਭਨਾਂ ਦੇ ਲਈ ਇੱਕ ਹੀ ਹੈ। ਸਭਨਾਂ ਨੂੰ ਉਹ ਕੀ ਕਹਿੰਦਾ ਹੈ, ਤਾਕਤ ਦਿੰਦਾ, ਉਹ ਸਾਮਰਥ ਦਿੰਦਾ ਹੈ। ਹਾਲੇਲੂਇਆ, ਹਾਲੇਲੂਇਆ। ਮੌਸਮ ਵੱਲ ਧਿਆਨ ਨਾ ਦਿਵੋ, ਇਹ ਇੱਦਾਂ ਕੋਈ ਪਰਮੇਸ਼ਵਰ ਦੀ ਮਹਿਮਾ ਕਰੋ ਕਿ ਪੱਖੇ ਬੰਦ ਨੇ, ਪਰਮੇਸ਼ਵਰ ਤੁਹਾਨੂੰ ਆਪ ਹਵਾ ਦੇ ਰਿਹਾ ਤਾਂ ਕਿ ਤੁਹਾਨੂੰ ਗਰਮੀ ਮਹਿਸੂਸ ਨਾ ਹੋਵੇ। ਛੋਟਾ ਵਚਨ ਕਰਾਂਗੇ, ਇੰਨਾ ਲੰਮਾ ਨਹੀਂ ਕਰਾਂਗੇ, ਬਸ ਸਮਝਣਾ ਹੈ ਕਿ ਕਿਸ ਤਰ੍ਹਾਂ ਮੰਨਾ ਦੇ ਜ਼ਰੀਏ ਪ੍ਰਭੂ ਆਪਣੇ ਆਉਣ ਦੀ ਭਵਿਸ਼ਵਾਣੀ ਨੂੰ ਕਰ ਰਿਹਾ ਹੈ, ਜਾਂ ਆਪਣੇ ਮਾਰੇ ਜਾਣ ਦਾ, ਸਲੀਬੀ ਦਾ ਕਿਸ ਤਰ੍ਹਾਂ ਭਵਿਸ਼ਵਾਣੀ ਨੂੰ ਕਰ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ। ਕੀ ਹੈ? ਸਭ ਤੋਂ ਪਹਿਲਾਂ ਮੰਨਾ ਕਿਹਦੇ ਸਮਾਨ ਹੈ? ਧਨੀਏ ਦੇ ਸਮਾਨ, ਧਨੀਏ ਦੇ ਬੀਜ ਦੇ ਸਮਾਨ। ਸਾਰੇ ਬੋਲਾਂਗੇ, ਧਨੀਏ ਦੇ ਬੀਜ ਦੇ ਸਮਾਨ। ਤੇ ਬੀਜ ਦੇ ਉੱਤੇ ਕੀ ਬਣੀਆਂ ਹੁੰਦੀਆਂ ਨੇ? ਲਹਿਰਾਂ ਬਣੀਆਂ ਹੁੰਦੀਆਂ ਨੇ। ਤੇ ਲਹਿਰਾਂ ਕੀ ਪ੍ਰਤੀਕ ਕਰਦੀਆਂ ਨੇ? ਕਿ ਯਿਸੂ ਮਸੀਹ ਦੀ ਪਿੱਠ ਤੇ ਵੀ ਕੀ ਵੱਜਣਗੇ? ਕੋੜੇ ਵੱਜਣਗੇ। ਉਸ ਦੇ ਸਰੀਰ ਤੇ ਵੀ ਕੀ ਵੱਜਣਗੇ? ਕੋੜੇ ਵੱਜਣਗੇ। ਤੇ ਉਹ ਕੋੜੇ ਖਾਣ ਨਾਲ ਅਸੀਂ ਕੀ ਕੀਤੇ ਜਾਵਾਂਗੇ? ਚੰਗੇ ਕੀਤੇ ਜਾਵਾਂਗੇ, ਨਰੋਏ ਕੀਤੇ ਜਾਵਾਂਗੇ। ਤੇ ਦੂਸਰਾ ਕਿ ਜਿਹੜਾ ਮੰਨਾ ਹੈ ਉਸ ਨੂੰ ਪਹਿਲਾਂ ਕੀ ਕੀਤਾ ਜਾਂਦਾ ਹੈ? ਖਾਣ ਦੇ ਲਈ ਕੁੱਟਿਆ ਜਾਂਦਾ ਹੈ, ਪੀਸਿਆ ਜਾਂਦਾ ਹੈ, ਉਸ ਦਾ ਫਿਰ ਕੁਝ ਬਣਾ ਕੇ ਫਿਰ ਕੀ ਕੀਤਾ ਹੈ? ਖਾਧਾ ਜਾਂਦਾ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਯਿਸੂ ਮਸੀਹ ਜਦੋਂ ਸਵਯੰ ਜਿਹੜਾ ਸਵਰਗ ਦੀ ਰੋਟੀ ਹੈ, ਉਹ ਜਦੋਂ ਧਰਤੀ ਤੇ ਆਵੇਗਾ, ਉਸ ਨੂੰ ਵੀ ਕੁੱਟਿਆ ਜਾਵੇਗਾ, ਉਸ ਨੂੰ ਵੀ ਮਾਰਿਆ ਜਾਵੇਗਾ, ਉਸ ਨੂੰ ਸਲੀਬ ਤੇ ਚੜਾਇਆ ਜਾਵੇਗਾ। ਇਸ ਗੱਲ ਦਾ ਪ੍ਰਤੀਕ ਹੈ। ਵਚਨ ਦੇ ਵਿੱਚ ਯਸ਼ਾਇਆ ਦੇ ਵਿੱਚ ਲਿਖਦੇ ਆ, ਆਂਦਾ ਉਹ ਵੱਧ ਹੋਣ ਵਾਲੀ ਭੇਡ ਦੇ ਸਮਾਨ ਕੀ ਕੀਤਾ ਗਿਆ? ਮਾਰਿਆ ਗਿਆ, ਕੁਚਲਿਆ ਗਿਆ, ਕਿ ਜਿਹੜੀ ਮੂੰਹ ਦੇ ਵਿੱਚੋਂ ਕੁਝ ਬੋਲਦੀ ਨਹੀਂ ਹੈ, ਜਿਹਦਾ ਕੋਈ ਦੋਸ਼ ਨਹੀਂ ਹੈ, ਪਰ ਫਿਰ ਵੀ ਉੱਤੇ ਕੀ ਕੀਤਾ ਗਿਆ? ਜ਼ੁਲਮ ਕਮਾਇਆ ਗਿਆ, ਫਿਰ ਵੀ ਉਸ ਨੂੰ ਕੁੱਟਿਆ ਗਿਆ, ਫਿਰ ਵੀ ਉਸ ਨੂੰ ਮਾਰਿਆ ਗਿਆ, ਸਿਰਫ ਤੁਹਾਡੇ ਅਤੇ ਮੇਰੇ ਵਾਸਤੇ। ਅਸੀਂ ਉਹਨੇ ਗੀਤ ਬੋਲਿਆ, ਦੁੱਖ ਯਿਸੂ ਨੇ ਝੱਲਿਆ ਹੈ ਬਸ ਸਾਡੇ ਵਾਸਤੇ, ਇੱਕ ਤੁਹਾਡੇ ਵਾਸਤੇ ਤੇ ਇੱਕ ਮੇਰੇ ਵਾਸਤੇ। ਤੇ ਮੰਨਾ ਉਸੇ ਗੱਲ ਦੀ ਭਵਿਸ਼ਵਾਣੀ ਨੂੰ ਕਰ ਰਿਹਾ ਹੈ। ਅਸੀਂ ਹੋ ਸਕਿਆ ਕਿ ਅੱਜ ਅਸੀਂ ਪਹਿਲੀ ਵਾਰ ਇਸ ਵਚਨ ਨੂੰ ਸੁਣ ਰਹੇ ਹਾਂ ਕਿ ਮੰਨਾ ਕਿਵੇਂ ਪ੍ਰਭੂ ਯਿਸੂ ਮਸੀਹ ਦੇ ਭਵਿਸ਼ਵਾਣੀ ਨੂੰ ਕਰਦਾ। ਅਸੀਂ ਸਾਰੇ ਸੋਚਦੇ ਹੋਵਾਂਗੇ ਕਿ ਬਸ ਭਵਿਸ਼ਵਕਤਾ ਦੀ ਜਿਹੜੀ ਕਿਤਾਬਾਂ ਯਸ਼ਾਇਆ ਜਾਂ ਮੱਤੀ, ਲੂਕਾ, ਯਹੂਨਾ, ਇਸ ਦੇ ਵਿੱਚੋਂ ਹੀ ਅਸੀਂ ਪ੍ਰਭੂ ਦੇ ਬਾਰੇ ਪੜ੍ਹਦੇ ਹਾਂ ਕਿ ਪ੍ਰਭੂ ਮਾਰਿਆ ਗਿਆ, ਗਾੜਿਆ ਗਿਆ ਜਾਂ ਤੀਜੇ ਦਿਨ ਜੀ ਉੱਠਿਆ। ਪਰ ਜਦੋਂ ਅਸੀਂ ਮੰਨਾ ਦੇ ਬਾਰੇ, ਜਿਹੜੀ ਸਵਰਗ ਦੀ ਰੋਟੀ ਖੁਦ ਪ੍ਰਭੂ ਨੇ ਆਪਣੇ ਲੋਕਾਂ ਨੂੰ ਦਿੱਤੀ, ਉਸ ਦੇ ਬਾਰੇ ਪੜ੍ਹਦੇ ਹਾਂ ਤਾਂ ਉਹ ਯਿਸੂ ਮਸੀਹ ਦੇ ਆਉਣ ਦੀ ਭਵਿਸ਼ਵਾਣੀ ਨੂੰ ਕਰਦਾ ਹੈ। ਯਿਸੂ ਮਸੀਹ ਦੇ ਦੁੱਖ ਝੱਲਣ ਦੀ ਭਵਿਸ਼ਵਾਣੀ ਨੂੰ ਕਰਦਾ ਹੈ। ਯਿਸੂ ਮਸੀਹ ਦੇ ਸਲੀਬੀ ਚੜਾਏ ਜਾਣ ਦੀ ਭਵਿਸ਼ਵਾਣੀ ਨੂੰ ਕਰਦਾ ਹੈ। ਤੇ ਇਸੇ ਕਰਕੇ ਵਚਨ ਕਹਿੰਦਾ ਮੰਨਾ ਜਦੋਂ ਕੁੱਟਿਆ ਗਿਆ, ਉਸੇ ਪ੍ਰਕਾਰ ਯਿਸੂ ਮਸੀਹ ਨੂੰ ਕੀ ਕੀਤਾ ਗਿਆ ਹੈ? ਕੁੱਟਿਆ ਗਿਆ ਹੈ, ਉਸ ਨੂੰ ਵੀ ਮਾਰਿਆ ਗਿਆ ਹੈ। ਲੋਕਾਂ ਨੇ ਉਸ ਦਾ ਵੀ ਮਜ਼ਾਕ ਉਡਾਇਆ ਹੈ, ਲੋਕਾਂ ਨੇ ਉਸ ਨੂੰ ਵੀ ਕੀ ਦਿੱਤਾ ਹੈ? ਉਹਨੂੰ ਤਾਨੇ ਮਾਰੇ ਨੇ, ਉਸ ਦੇ ਮੂੰਹ ਤੇ ਥੁੱਕਿਆ ਹੈ, ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਹੈ। ਤੇ ਜਦੋਂ ਉਹ ਮਰਿਆ, ਗਾੜਿਆ ਗਿਆ, ਫੇਰ ਹੀ ਪਰਮੇਸ਼ਵਰ ਕਹਿੰਦਾ ਹੈ, ਜਦੋਂ ਮਾਰਿਆ ਗਿਆ, ਗਾੜਿਆ ਗਿਆ, ਤਾਂ ਵਚਨ ਕਹਿੰਦਾ ਇਹ ਕਿ ਮੇਰਾ ਸਰੀਰ ਹੈ, ਜਿਹੜਾ ਕਿਹੜਾ ਹੈ? ਤੁਹਾਡੇ ਵਾਸਤੇ ਹੈ। ਤਾਂ ਹੀ ਤਾਂ ਅਸੀਂ ਪ੍ਰਭੂ ਭੋਜ ਦੇ ਵਿੱਚ ਸ਼ਾਮਿਲ ਹੋ ਪਾਨੇ। ਤੇ ਜਦੋਂ ਉਹ ਰੋਟੀ ਲੈਂਦੇ ਆ ਤਾਂ ਪ੍ਰਭੂ ਸਾਡੀ ਸਿਰਫ ਆਤਮਿਕ ਜ਼ਿੰਦਗੀ ਨੂੰ, ਸਾਡੀ ਸਰੀਰਕ ਜ਼ਿੰਦਗੀ ਦੇ ਵਿੱਚੋਂ ਵੀ ਪ੍ਰਭੂ ਹਰ ਪ੍ਰਕਾਰ ਦੀ ਬਦੀ ਨੂੰ, ਹਰ ਪ੍ਰਕਾਰ ਦੇ ਦੁੱਖ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਢਦਾ ਤੇ ਸਾਨੂੰ ਸਾਮਰਥ ਦੇ ਨਾਲ ਭਰ ਦਿੰਦਾ ਹੈ। ਦੂਸਰਾ
ਆ ਕਿ ਵਚਨ ਜਿਵੇਂ ਮੰਨਾ ਕਹਿੰਦਾ ਹੈ, ਮੰਨਾ ਜਿਸ ਤਰ੍ਹਾਂ ਲਿਖਿਆ ਕਿ ਮੰਨਾ ਕੁੱਟਿਆ ਜਾਂਦਾ ਹੈ, ਉਸੇ ਤਰ੍ਹਾਂ ਭਵਿਸ਼ਵਾਣੀ ਸੀ, ਇਹ ਪ੍ਰਤੀਕ ਸੀ ਕਿ ਯਿਸੂ ਮਸੀਹ ਵੀ ਨੂੰ ਵੀ ਮਾਰਿਆ ਜਾਵੇਗਾ, ਯਿਸੂ ਮਸੀਹ ਨੂੰ ਵੀ ਕੁੱਟਿਆ ਜਾਵੇਗਾ ਤੇ ਯਿਸੂ ਮਸੀਹ ਨੂੰ ਸਲੀਬ ਤੇ ਚੜਾ ਦਿੱਤਾ ਜਾਵੇਗਾ। ਤੀਸਰੀ ਅਸੀਂ ਵੇਖਾਂਗੇ, ਲਿਖਦਾ ਹੈ ਜਦੋਂ ਅਸੀਂ ਕੂਚ 16 ਦੀ 14 ਦੇ ਵਿੱਚ ਪੜਾਂਗੇ, ਕੂਚ 16 ਦੀ 14 ਜਦ ਤਰੇਲ ਉੱਡ ਗਈ ਤਾਂ ਵੇਖੋ ਜਾੜ ਦੀ ਪਰਤ ਉੱਤੇ ਨਿੱਕਾ ਨਿੱਕਾ ਕੱਕਰ ਕੋਰੇ ਵਰਗਾ ਜ਼ਮੀਨ ਧਰਤੀ ਉੱਤੇ ਪਿਆ ਹੋਇਆ ਸੀ। ਹਾਂਜੀ। ਤਾਂ ਇਸਰਾਈਲੀਆਂ ਨੇ ਵੇਖਿਆ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ, ਆਹ ਕੀ ਹੈ? ਆਮੀਨ। ਹਾਂ। ਕਿਉਂ ਜੋ ਨਹੀਂ ਜਾਣਦੇ ਸਨ ਭਈ ਉਹ ਕੀ ਸੀ। ਉਪਰੰਤ ਮੂਸਾ ਨੇ ਉਹਨੂੰ ਆਖਿਆ ਕਿ ਉਹ ਰੋਟੀ ਹੈ ਜਿਹੜੀ ਯਹੋਵਾ ਤੁਹਾਨੂੰ ਖਾਣ ਲਈ ਦਿੱਤੀ ਹੈ। ਹਾਂ। ਇਹ ਉਹ ਗੱਲ ਹੈ ਜਿਹਦਾ ਯਹੋਵਾ ਨੇ ਹੁਕਮ ਦਿੱਤਾ ਭਈ ਉਸ ਵਿੱਚੋਂ ਹਰ ਇੱਕ ਮਨੁੱਖ ਆਪਣੇ ਖਾਣ ਜੋਗਾ ਇਕੱਠਾ ਕਰੇ, ਅਰਥਾਤ ਇੱਕ ਇੱਕ ਉਮਰ ਆਪਣੇ ਪ੍ਰਾਣੀਆਂ ਦੀ ਗਿਣਤੀ ਦੇ ਅਨੁਸਾਰ ਤੁਸੀਂ ਲਵੋ। ਬਸ। ਹਾਲੇਲੂਇਆ, ਹਾਲੇਲੂਇਆ। ਜਦੋਂ ਅਸੀਂ 16 ਦੀ 14 ਦੇ ਵਿੱਚ ਪੜ੍ਹਦੇ ਹਾਂ, ਵਚਨ ਕਹਿੰਦਾ ਹੈ ਕਿ ਜਦੋਂ ਯਿਸੂ ਮਸੀਹ ਪ੍ਰਭੂ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਜਦੋਂ ਸਵਰਗ ਦੀ ਰੋਟੀ ਦਿੱਤੀ, ਮੰਨਾ ਦਿੱਤਾ, ਤਾਂ ਵਚਨ ਕਹਿੰਦਾ ਹੈ ਉਹ ਰਾਤ ਨੂੰ ਤਾਂ ਸੌਂ ਜਾਂਦੇ ਸੀ, ਜਦੋਂ ਸਵੇਰੇ ਉੱਠਦੇ ਸੀ ਤਾਂ ਉਹ ਇੱਕ ਕੋਰੇ ਵਾਂਗੂ, ਤਰੇਲ ਵਾਂਗੂ ਧਰਤੀ ਤੇ ਕੀ ਹੁੰਦਾ ਸੀ? ਖਿਲਰਿਆ ਪਿਆ ਹੁੰਦਾ ਸੀ, ਧਰਤੀ ਦੇ ਪਿਆ ਹੁੰਦਾ ਸੀ। ਠੀਕ ਹੈ। ਹੁਣ ਜਦੋਂ ਅਸੀਂ ਜਿਹੜੀ ਭਾਸ਼ਾ ਦੇ ਵਿੱਚ ਬਾਈਬਲ ਲਿਖੀ ਗਈ ਹੈ, ਯੂਨਾਨੀ ਭਾਸ਼ਾ, ਪੁਰਾਣਾ ਨੇਮ ਯੂਨਾਨੀ ਭਾਸ਼ਾ ਦੇ ਵਿੱਚ ਹੈ ਤੇ ਜਿਹੜਾ ਨਵਾਂ ਨੇਮ ਹੈ ਉਹ ਗ੍ਰੀਕ ਭਾਸ਼ਾ ਦੇ ਵਿੱਚ। ਠੀਕ ਹੈ। ਤੇ ਉਹਦੇ ਵਿੱਚ ਲਿਖਿਆ ਹੈ ਯੂਨਾਨੀ ਭਾਸ਼ਾ ਦੇ ਵਿੱਚ ਜਿਹੜਾ ਤਰੇਲ, ਜਿਵੇਂ ਜਦੋਂ ਅਸੀਂ ਹਿੰਦੀ ਦੇ ਵਿੱਚ ਪੜ੍ਹਦੇ ਹਾਂ ਪਾਲੋਂ ਦੇ ਕਿਨਕਾ ਦੇ ਸਮਾਨ, ਕੋਰੇ ਦੇ ਵਾਂਗ, ਕਿ ਜਦੋਂ ਡਿੱਗਿਆ ਉਹਦਾ ਮੀਨਿੰਗ ਹੈ ਕੈਫੋਰ ਮੀਨਸ ਪਛਤਾਪ। ਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਪਾਲਾਂ ਦੇ ਸਮਾਨ ਡਿੱਗਿਆ, ਮੰਨਾ ਪਾਲਾਂ ਦੇ ਸਮਾਨ ਕੀ ਕੀਤਾ ਹੈ? ਡਿੱਗਿਆ। ਕੋਰੇ ਦੇ ਸਮਾਨ ਕੀ ਕੀਤਾ ਹੈ? ਡਿੱਗਿਆ। ਤੇ ਜਦੋਂ ਯਿਸੂ ਮਸੀਹ ਨੂੰ ਮਾਰਿਆ ਗਿਆ ਤਾਂ ਵਚਨ ਕਹਿੰਦਾ ਹੈ 7 ਵਾਰ ਉਹਦਾ ਲਹੂ ਵੀ ਭੂਮੀ ਤੇ ਕੀ ਕੀਤਾ ਹੈ? ਡਿੱਗਿਆ ਹੈ। ਪ੍ਰithvi ਤੇ ਧਰਤੀ ਤੇ ਉਸ ਦਾ ਵੀ 7 ਵਾਰ ਕੀ ਕੀਤਾ ਗਿਆ? ਲਹੂ ਡਿੱਗਿਆ ਹੈ। ਜਦੋਂ ਉਸਨੂੰ ਕੋੜੇ ਵੱਜਦੇ ਸੀ, ਲਹੂ ਡਿੱਗਦਾ ਸੀ। ਜਦੋਂ ਪ੍ਰਭੂ ਨੇ ਪਰਮੇਸ਼ਵਰ ਦੇ ਅੱਗੇ ਦੁਆ ਕੀਤੀ, ਆਪਣੇ ਪਿਤਾ ਦੇ ਅੱਗੇ ਦੁਆ ਕੀਤੀ, ਵਚਨ ਕਹਿੰਦਾ ਉਸ ਦਾ ਪਸੀਨਾ ਲਹੂ ਦੇ ਸਮਾਨ ਧਰਤੀ ਤੇ ਕੀ ਕਰਦਾ ਸੀ? ਟਪਕਦਾ ਸੀ, ਡਿੱਗਦਾ ਸੀ। ਜਦੋਂ ਯਿਸੂ ਮਸੀਹ ਨੂੰ ਕਰੂਸ ਲੈ ਕੇ ਜਾਂਦੇ ਪਏ ਸੀ, ਉਦੋਂ ਲਹੂ ਡਿੱਗਦਾ ਪਿਆ ਹੈ। ਜਦੋਂ ਕਿੱਲ ਠੋਕੇ ਉਦੋਂ ਲਹੂ ਵਗਦਾ ਪਿਆ ਹੈ। ਜਦੋਂ ਪਸਲੀ 'ਚ ਨੇਜਾ ਮਾਰਿਆ ਉਦੋਂ ਲਹੂ ਵਗਦਾ ਪਿਆ ਹੈ। ਤੇ ਵਚਨ ਕਹਿੰਦਾ ਹੈ ਜਦੋਂ ਮੰਨਾ ਵੀ ਆਇਆ ਤਾਂ ਮੰਨਾ ਵੀ ਧਰਤੀ ਤੇ ਕੀ ਕੀਤਾ ਹੈ? ਡਿੱਗਿਆ ਹੈ। ਤਾਂ ਮੰਨਾ ਕਿਸ ਚੀਜ਼ ਨੂੰ ਦਰਸਾ ਰਿਹਾ? ਧਰਤੀ ਤੇ ਡਿੱਗਣਾ, ਕਿ ਉਸ ਦੇ ਲਹੂ ਦੇ ਦੁਆਰਾ ਸਾਨੂੰ ਮਾਫੀ ਮਿਲੀ ਹੈ। ਉਸ ਦੇ ਲਹੂ ਦੇ ਦੁਆਰਾ ਸਾਡੇ ਪਾਪ ਢੱਕੇ ਗਏ ਨੇ। ਪਰਮੇਸ਼ਵਰ ਨੇ ਸਾਨੂੰ ਸ਼ਾਂਤ ਕੀਤਾ ਹੈ। ਤਾਂ ਪਰਮੇਸ਼ਵਰ ਉਸ ਦੇ ਲਹੂ ਬਹਾਨ ਦੇ ਨਾਲ ਅਸੀਂ ਕੀ ਕੀਤਾ ਹੈ? ਨਜ਼ਾਤ ਪਾਈ ਹੈ। ਤਰੇਲ ਦੇ ਸਮਾਨ ਤਾਂ ਡਿੱਗਿਆ ਮੰਨਾ, ਉਹ ਇਸ ਗੱਲ ਨੂੰ ਪ੍ਰਤੀਕ, ਇਸ ਗੱਲ ਨੂੰ ਸਾਬਿਤ ਕਰਨਾ ਚਾਹੁੰਦਾ ਸੀ ਕਿ ਯਿਸੂ ਮਸੀਹ ਜਦ ਕੋੜੇ ਵੱਜਣਗੇ, ਜਦੋਂ ਸਲੀਬ ਤੇ ਚੜਾਇਆ ਜਾਏਗਾ, ਉਸ ਦਾ ਵੀ ਲਹੂ ਉਸੇ ਸਮਾਨ ਧਰਤੀ ਦੇ ਉੱਤੇ ਡਿੱਗੇਗਾ। ਤੇ ਧਰਤੀ ਦੇ ਉੱਤੇ ਡਿੱਗਣਾ ਮੀਨਸ ਪਛਤਾਪ। ਪ੍ਰਭੂ ਨੇ ਤੁਹਾਡੇ ਅਤੇ ਮੇਰੇ ਲਈ, ਸਾਡੇ ਪਛਤਾਪ ਲਈ, ਸਾਨੂੰ ਮਾਫ ਕਰਨ ਦੇ ਲਈ ਆਪਣਾ ਲਹੂ ਬਹਾਇਆ। ਸਿਰਫ ਸਾਨੂੰ ਮਾਫੀ ਦੇਣ ਦੇ ਲਈ। ਕਿਉਂ ਮਾਫੀ ਦੇਣ ਦੇ ਲਈ? ਕਿਉਂਕਿ ਅਸੀਂ ਪ੍ਰਭੂ ਦੇ ਖਿਲਾਫ, ਪਰਮੇਸ਼ਵਰ ਦੇ ਖਿਲਾਫ ਹੋ ਗਏ ਸਾਂ। ਲੋਕ ਪਰਮੇਸ਼ਵਰ ਦੀ ਪੂਜਾ ਨਹੀਂ ਕਰਦੇ ਸੀ, ਪਰਮੇਸ਼ਵਰ ਦੀ ਉਪਾਸਨਾ ਨਹੀਂ ਕਰਦੇ ਸੀ, ਪਰਮੇਸ਼ਵਰ ਤੋਂ ਬਹੁਤ ਦੂਰ ਹੋ ਚੁੱਕੇ ਸੀ। ਤੇ ਉਸੇ ਦਾ ਮੇਲ ਮਿਲਾਪ ਕਰਾਉਣ ਦੇ ਲਈ ਪ੍ਰਭੂ ਨੇ ਆਪਣਾ ਲਹੂ ਬਹਾਇਆ ਤਾਂ ਜੋ ਸਾਨੂੰ ਕੀ ਮਿਲ ਸਕੇ? ਮਾਫੀ ਮਿਲ ਸਕੇ। ਆਈਏ ਅਸੀਂ ਹੁਣ ਚੌਥੀ ਗੱਲ ਵੇਖਾਂਗੇ। ਚੌਥੀ ਗੱਲ ਜੋ ਵਿੱਚ ਪੜ੍ਹਦੇ ਆ, ਅਸੀਂ ਵਚਨ ਨੂੰ ਨਹੀਂ ਪੜਾਂਗੇ, ਦੇ ਵਿੱਚ ਲਿਖਦਾ ਹੈ ਕੂਚ 16 ਦੀ 19 ਦੇ ਵਿੱਚ, 19 ਤੋਂ 20 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਤੇ 33 ਦੀ 34 ਦੇ ਵਿੱਚੋਂ ਪੜ੍ਹਦੇ ਆ, ਜਦੋਂ ਅਸੀਂ ਉਸ ਚੀਜ਼ ਦੇ ਵਿੱਚ ਪੜ੍ਹਦੇ ਹਾਂ, ਉਸ ਆਇਤ ਦੇ ਵਿੱਚ ਪੜ੍ਹਦੇ ਹਾਂ, ਤਾਂ ਵਚਨ ਕਹਿੰਦਾ ਹੈ ਕਿ ਜਦੋਂ ਮੰਨਾ ਡਿੱਗਦਾ ਸੀ ਤਾਂ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਸੀ ਇਹਨਾਂ ਨੂੰ ਕਹਿ ਦੇ ਕਿ ਅਗਲੇ ਦਿਨ ਲਈ ਜਮਾ ਨਾ ਕਰਨ, ਕਿਉਂਕਿ ਜੇ ਅਗਲੇ ਦਿਨ ਲਈ ਜਮਾ ਕਰਨਗੇ ਤਾਂ ਮੰਨਾ ਕੀ ਹੋਵੇਗਾ? ਸੜ ਜਾਵੇਗਾ ਤੇ ਇਹਦੇ ਵਿੱਚੋਂ ਬਦਬੂ ਜਾਂ ਸਮੈਲ ਆਉਣ ਲੱਗ ਪਵੇਗੀ। ਤਾਂ ਜਿਹੜੇ ਇਜ਼ਰਾਈਲੀ ਸੀ ਇੰਨੇ ਢੀਠ ਸੀ, ਉਹਨਾਂ ਨੂੰ ਢੀਠ ਹੀ ਕਿਹਾ ਗਿਆ ਕਿਉਂਕਿ ਉਹ ਪਰਮੇਸ਼ਵਰ ਦੀ ਜਿਹੜੀ ਵੀ ਆਗਿਆ ਦਿੰਦੇ ਸੀ, ਅਨ ਆਗਿਆਕਾਰੀ ਕਰਦੇ ਸੀ। ਇਸ ਜਗ੍ਹਾ ਤੇ ਜਦੋਂ ਪਰਮੇਸ਼ਵਰ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਕਹੇ ਉਹ ਭੋਜਨ ਨੂੰ ਇਕੱਠਾ ਨਾ ਕਰਨ, ਉਹਨਾਂ ਨੂੰ ਮੈਂ ਕੱਲ ਨਵਾਂ ਭੋਜਨ ਕੀ ਕਰਾਂਗਾ? ਦੇਵਾਂਗਾ। ਪਰ ਇਜ਼ਰਾਈਲੀ ਆਪਣੇ ਢੀਠ ਪੁੜੇ ਤੇ ਅੜੇ ਰਹਿੰਦੇ ਨੇ। ਉਹ ਕੀ ਕਰਦੇ ਨੇ?
ਆਪਣੇ ਲਈ ਭੋਜਨ ਕੀ ਕਰ ਲੈਂਦੇ ਨੇ, ਇਕੱਠਾ ਕਰ ਲੈਂਦੇ ਨੇ। ਜਦੋਂ ਅਗਲੀ ਸਵੇਰ ਨੂੰ ਵੇਖਦੇ ਨੇ ਭੋਜਨ ਕੀ ਹੁੰਦਾ ਹੈ, ਸੜਿਆ ਹੁੰਦਾ ਹੈ, ਉਸ ਦੇ ਵਿੱਚੋਂ ਸਮੈਲ ਆ ਰਹੀ, ਕੀੜੇ ਪੈ ਜਾਂਦੇ ਨੇ ਉਸ ਨੂੰ। ਪਰ ਜਦੋਂ ਅਸੀਂ ਕੁਝ 16 ਦੀ 33 ਤੋਂ ਅੱਗੇ ਪੜ੍ਹਦੇ ਹਾਂ, ਉਸ ਜਗ੍ਹਾ ਤੇ ਪਰਮੇਸ਼ਵਰ ਦਾ ਵਚਨ ਹਰੂਨ ਨੂੰ ਆਂਦਾ ਤੇ ਮੂਸਾ ਨੂੰ ਆਂਦਾ, ਮੂਸਾ ਹਰੂਨ ਨੂੰ ਆਂਦਾ ਹੈ ਕੀ ਕਰ, ਤੂੰ ਇਸ ਮੰਨੇ ਨੂੰ ਲੈ ਕੇ ਕਿਸੇ ਚੀਜ਼ ਵਿੱਚ ਰੱਖ ਲੈ ਤੇ ਸੰਦੂਕ ਦੇ ਵਿੱਚ, ਜਿਹੜਾ ਪਰਮੇਸ਼ਵਰ ਦੀ ਵਾਚਾ ਦਾ ਸੰਦੂਕ ਹੈ, ਉਸ ਦੇ ਵਿੱਚ ਕੀ ਕਰਦੇ, ਰੱਖ ਦੇ। ਇਸ ਜਗ੍ਹਾ ਤੇ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਇੱਕ ਦਿਨ ਲਈ ਉਸ ਭੋਜਨ ਨੂੰ ਰੱਖਦੇ ਸੀ, ਉਹ ਸੜ ਜਾਂਦਾ ਸੀ। ਪਰ ਇਸ ਜਗ੍ਹਾ ਤੇ ਮੂਸਾ ਹਰੂਨ ਨੂੰ ਕਹਿੰਦਾ ਪਿਆ ਹੈ, ਤੂੰ ਇਸ ਨੂੰ ਆਪਣੇ ਪੀੜ੍ਹੀਆਂ ਦੇ ਲਈ, ਉਹਨਾਂ ਨੂੰ ਵਿਖਾਉਣ ਦੇ ਲਈ, ਉਹਨਾਂ ਨੂੰ ਪਰਮੇਸ਼ਵਰ ਦਾ ਪਿਆਰ ਜ਼ਾਹਿਰ ਕਰਨ ਦੇ ਲਈ ਰੱਖ ਛੱਡ ਕੇ ਉਹ ਵੀ ਵੇਖਣ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਸਵਰਗ ਦੀ ਰੋਟੀ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਜਿਹੜਾ ਭੋਜਨ ਸੜ ਜਾਂਦਾ ਸੀ, ਉਸੇ ਭੋਜਨ ਨੂੰ ਕਹਿੰਦੇ ਨੇ ਤੂੰ ਕੀ ਕਰ, ਹੁਣ ਸੰਦੂਕ ਦੇ ਵਿੱਚ ਰੱਖ ਲੈ। ਤੇ ਜਿਹੜਾ ਵਾਚਾ ਦਾ ਸੰਦੂਕ ਸੀ, ਵਾਚਾ ਦਾ ਸੰਦੂਕ ਇਸ ਟਾਈਪ ਦਾ ਸੀ, ਚਕੋਰ, ਰੈਕਟੈਂਗੂਲਰ, ਇਸ ਟਾਈਪ ਦਾ ਸੀ। ਜਿਸ ਤਰ੍ਹਾਂ ਆ ਹਾਰਮੋਨੀਅਮ ਹੈ, ਇਸੇ ਸ਼ੇਪ ਦੇ ਵਿੱਚ ਸੀ, ਜਾਂ ਜਿਸ ਤਰ੍ਹਾਂ ਬਕਸਾ ਹੈ ਜਿਹਦੇ ਵਿੱਚ ਚੰਦਾ ਪਾਉਂਦੇ ਨੇ, ਉਸੇ ਸ਼ੇਪ ਦੇ ਵਿੱਚ ਸੀ। ਤੇ ਉਸ ਦੇ ਇੱਧਰ ਦੋ ਕਰੂਬ ਲੱਗੇ ਹੁੰਦੇ ਸੀ, ਤੇ ਉਹ ਪਰਮੇਸ਼ਵਰ ਦੇ ਕਬਰ ਦੀ ਭਵਿਸ਼ਵਾਣੀ ਨੂੰ ਕਰ ਰਿਹਾ ਹੈ। ਜਿਸ ਤਰ੍ਹਾਂ ਯਹੂਦੀਆਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ, ਤੇ ਇਤਿਹਾਸ ਦੇ ਵਿੱਚ ਪਰਮੇਸ਼ਵਰ ਦੇ ਵਚਨ ਦੇ ਬਾਰੇ ਬਿਆਨ ਕੀਤਾ ਹੈ ਕਿ ਜਿਹੜੇ ਯਹੂਦੀ ਆ, ਉਹ ਜਦੋਂ ਕਬਰ ਦੇ ਵਿੱਚ ਕਿਸੇ ਨੂੰ ਵੀ ਦਫਨਾਉਣ ਜਾਂਦੇ ਸੀ, ਉਹ ਦਫਨਾਉਂਦੇ ਨਹੀਂ ਸੀ, ਉਹ ਪੱਥਰ ਦੇ ਉੱਤੇ ਰੱਖਦੇ ਸੀ। ਤੇ ਜਿਹੜੀ ਪੱਥਰ ਦੀ ਸਲੈਬ ਸੀ, ਉਹ ਇੱਕ ਰੈਕਟੈਂਗੂਲਰ ਸ਼ੇਪ ਦੀ ਸੀ, ਕਿ ਜਿੱਦਾਂ ਸੰਦੂਕ ਦੀ ਸ਼ੇਪ ਸੀ, ਤੇ ਸੰਦੂਕ ਦੇ ਆਲੇ ਦੁਆਲੇ ਵੀ ਕਰੂਬ ਬਣੇ ਸੀ। ਉਹ ਇਸ ਗੱਲ ਦੀ ਭਵਿਸ਼ਵਾਣੀ ਨੂੰ ਜ਼ਾਹਿਰ ਕਰਦੇ ਨੇ ਕਿ ਜਿਸ ਤਰ੍ਹਾਂ ਸੰਦੂਕ ਦੇ ਦੁਆਲੇ ਕਰੂਬ ਸੀ, ਉਸੇ ਤਰ੍ਹਾਂ ਪਰਮੇਸ਼ਵਰ ਜਦੋਂ ਪ੍ਰਭੂ ਯੀਸ਼ੂ ਮਸੀਹ ਦਫਨਾਇਆ ਜਾਏਗਾ, ਉਸ ਦੇ ਆਲੇ ਦੁਆਲੇ ਵੀ ਇੱਕ ਇੱਧਰ ਦੂਤ ਸੀ, ਤੇ ਇੱਕ ਸੱਜੇ ਪਾਸੇ ਦੂਤ ਸੀ, ਤੇ ਇੱਕ ਖੱਬੇ ਪਾਸੇ ਦੂਤ ਸੀ। ਤੇ ਵਚਨ ਕਿਉਂ ਨਹੀਂ ਸੜਿਆ, ਕਿਉਂ ਮੰਨੇ ਨੂੰ ਸੰਦੂਕ ਦੇ ਵਿੱਚ ਰੱਖਿਆ ਗਿਆ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਯਿਸੂ ਮਸੀਹ ਦਫਨਾਇਆ ਜਾਏਗਾ, ਤੀਸਰੇ ਦਿਨ ਵੀ ਜ਼ਿੰਦਾ ਹੋਵੇਗਾ, 2 ਦਿਨ ਕਬਰ ਦੇ ਵਿੱਚ ਰਹੇਗਾ, ਉਹਦੀ ਬੋਡੀ, ਉਸ ਦਾ ਸਰੀਰ ਸੜੇਗਾ ਨਹੀਂ। ਜੇ ਦੂਸਰੀਆਂ ਬੋਡੀਜ਼ ਨੂੰ, ਜਦੋਂ ਅਸੀਂ ਕੋਈ ਵੀ ਮਰਦਾ ਹੈ, ਅਸੀਂ ਜਾ ਕੇ ਦਫਨਾਉਂਦੇ, ਜੇ ਉਸ ਨੂੰ ਪੁੱਟ ਕੇ ਵੇਖੀਏ ਤਾਂ ਸਮੈਲ, ਅਸੀਂ ਕਹਿੰਦੇ ਕਿ ਉਹ ਤੇ 4-5 ਘੰਟਿਆਂ ਬਾਅਦ ਹੀ ਸੜਨਾ ਸ਼ੁਰੂ ਹੋ ਜਾਵੇਗੀ ਨਾ। ਮੰਨਦੇ ਹੋ ਨਾ ਸਾਰੇ ਕਿ ਜੇ ਕਿਸੇ ਨੂੰ ਬੋਡੀ ਨੂੰ ਵੀ, ਕਿਸੇ ਸਰੀਰ ਨੂੰ, ਮਰਿਆ ਸਰੀਰ ਨੂੰ ਦਫਨਾਏਂਗੇ, ਤਾਂ ਜੇ ਉਸ ਨੂੰ ਪੁੱਟੀਏ ਤੇ ਕੀ ਆਵੇਗੀ, ਸਮੈਲ ਆਵੇਗੀ। ਉਹ ਇੱਕ ਦਿਨ ਦੇ ਵਿੱਚ ਹੀ ਕੀ ਕਰੇਗਾ, ਸੜ ਜਾਵੇਗਾ। ਪਰ ਮੰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਮੂਸਾ ਨੇ ਕਿਹਾ ਹਰੂਨ ਨੂੰ ਕਿ ਇਸ ਮੰਨਾ ਨੂੰ ਤੂੰ ਸੰਦੂਕ ਦੇ ਵਿੱਚ ਰੱਖ ਦੇ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਜਿਵੇਂ ਸੰਦੂਕ ਚਕੋਰ ਸ਼ੇਪ ਦੇ ਵਿੱਚ ਰੱਖਿਆ ਗਿਆ, ਉਸੇ ਤਰ੍ਹਾਂ ਉਸੇ ਕਬਰ ਦੇ ਵਿੱਚ ਜਿਹੜੀ ਚਕੋਰ ਹੋਵੇਗੀ, ਪ੍ਰਭੂ ਯੀਸ਼ੂ ਮਸੀਹ ਨੂੰ ਰੱਖਿਆ ਜਾਵੇਗਾ। ਉਸ ਦਾ ਸਰੀਰ ਨਹੀਂ ਸੜੇਗਾ, ਤੇ ਜਿੱਦਾਂ ਸੰਦੂਕ ਦੇ ਆਲੇ ਦੁਆਲੇ ਇੱਕ ਕਰੂਬ ਬਣੇ ਸੀ, ਉਸੇ ਤਰ੍ਹਾਂ ਪ੍ਰਭੂ ਦੇ ਆਲੇ ਦੁਆਲੇ ਦੂਤ ਬੈਠੇ ਹੋ। ਜਦੋਂ ਅਸੀਂ ਯਹੂਨਾ ਦੇ ਵਿੱਚ ਪੜ੍ਹਦੇ ਹਾਂ, ਦੂਤ ਹੀ ਮਰੀਅਮ ਨੂੰ ਸੰਦੇਸ਼ਾ ਦਿੰਦੇ ਨੇ, ਤੂੰ ਕਿਹਨੂੰ ਲੱਭਦੀ ਹੈ, ਉਹ ਤਾਂ ਕੀ ਹੋ ਚੁੱਕਿਆ ਹੈ, ਜੀ ਉੱਠਿਆ, ਉਹ ਜਿੰਦਾ ਹੋ ਚੁੱਕਿਆ। ਉਸ ਨੂੰ ਕੀ ਕਰਦੇ ਨੇ, ਜਦੋਂ ਉਹ ਜਾਂਦੀ ਨਾ, ਤਾਂ ਦੂਤ ਵੇਖਦੀ, ਇੱਕ ਸੱਜੇ ਪਾਸੇ, ਇੱਕ ਸਰਾਣੇ ਤੇ ਇੱਕ ਪੈਰਾਂ ਪਾਸੇ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਯੀਸ਼ੂ ਮਸੀਹ ਜਦੋਂ ਮੰਨਾ ਰੱਖਿਆ ਗਿਆ, ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪ੍ਰਭੂ ਯੀਸ਼ੂ ਮਸੀਹ ਦਾ ਸਰੀਰ ਖਰਾਬ ਨਹੀਂ ਹੋਵੇਗਾ, ਉਹ ਦਫਨਾਇਆ ਜਾਵੇਗਾ, ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਕੀ ਹੋਵੇਗਾ, ਜੀ ਉੱਠੇਗਾ। ਮੰਨਾ ਪ੍ਰਭੂ ਯੀਸ਼ੂ ਮਸੀਹ ਦੀ ਜੀ ਉੱਠਣ ਦੀ, ਉਸ ਦੇ ਮਾਰੇ ਜਾਣ ਦੀ, ਉਸ ਦੇ ਦਫਨਾਉਣ ਦੀ, ਉਸ ਦੇ ਸਲੀਬੀ ਚੜਾਏ ਜਾਣ ਦੀ ਪੂਰੀ ਭਵਿਸ਼ਵਾਣੀ ਨੂੰ ਕਰ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਿਰਫ ਯਸ਼ਾਇਆ ਨਬੀ ਦੇ ਵਿੱਚ ਨਹੀਂ ਪ੍ਰਭੂ ਦਾ ਵਚਨ ਕਿਹਾ ਗਿਆ ਕਿ ਹਾਂ ਉਸ ਨੂੰ ਸਲੀਬ ਹੋਵੇਗੀ। ਜਦੋਂ ਮੰਨਾ ਦੇ ਬਾਰੇ ਪੜ੍ਹਦੇ, ਜਿਹੜੀ ਸਵਰਗ ਦੀ ਰੋਟੀ ਆਈ ਇਜ਼ਰਾਈਲੀਆਂ ਦੇ ਲਈ, ਉਹ ਵੀ ਬਿਆਨ ਕਰਦਾ ਕਿ ਸਵਰਗ ਤੋਂ ਰੋਟੀ ਆਵੇਗੀ। ਤੇ ਯਿਸੂ ਮਸੀਹ ਦਾ ਵਚਨ ਕਹਿੰਦਾ ਯਹੂਨਾ ਦੇ ਵਿੱਚ, ਮੈਂ ਕੀ ਹਾਂ, ਜੀਵਨ ਦੀ ਰੋਟੀ ਹਾਂ, ਜਿਹੜਾ ਮੈਨੂੰ ਖਾਂਦਾ ਹੈ ਉਹ ਕਦੀ ਭੁੱਖਾ ਨਾ ਹੋਵੇਗਾ, ਤੇ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਕਦੀ ਪਿਆਸਾ ਨਾ ਹੋਵੇਗਾ। ਤੇ ਪ੍ਰਿਯ ਜਨੋ, ਜਦੋਂ 40 ਸਾਲ ਉਹਨਾਂ ਨੇ ਮੰਨਾ ਖਾਧਾ, ਪ੍ਰਭੂ ਨੇ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਆਉਣ ਦਿੱਤੀ। ਜਦੋਂ ਅਸੀਂ ਪੜ੍ਹਦੇ ਇਤਿਹਾਸ ਦੇ ਵਿੱਚ, ਇਜ਼ਰਾਈਲੀ ਲੋਕ ਹੱਟੇ ਪੁੱਟੇ ਸੀ, ਹੁਸ਼ਟ ਪੁਸ਼ਟ ਤੰਦਰੁਸਤ ਸਰੀਰ ਸੀ, ਉਹਨਾਂ ਨੇ ਸਵਰਗ ਦੀ ਰੋਟੀ ਖਾਧੀ ਜਿਹੜੀ ਪਰਮੇਸ਼ਵਰ ਨੇ
ਉਹਨਾਂ ਨੂੰ ਦਿੱਤੀ। ਤੇ ਵਚਨ ਵੀ ਕਹਿੰਦਾ ਹੈ ਕਿ ਜਿਹੜਾ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਉਹ ਨਾਸ਼ ਨਹੀਂ ਹੋਵੇਗਾ ਬਲਕਿ ਸਦਾ ਦਾ ਜੀਵਨ ਪਾਵੇਗਾ। ਜਿਹੜਾ ਉਸ ਰੋਟੀ ਨੂੰ ਗ੍ਰਹਿਣ ਕਰੇਗਾ ਉਹ ਕਦੀ ਭੁੱਖਾ ਕਦੀ ਧਿਆਇਆ ਨਹੀਂ ਹੋਵੇਗਾ ਬਲਕਿ ਉਹਨੂੰ ਅਨੰਤ ਕਾਲ ਦਾ ਕੀ ਮਿਲੇਗਾ? ਜੀਵਨ ਮਿਲੇਗਾ। ਹਾਲੇਲੂਇਆ। ਮੰਨਾ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੀ ਕਰਦਾ ਹੈ? ਭਵਿਸ਼ਵਾਣੀ ਕਰਦਾ ਹੈ, ਦੱਸਦਾ ਹੈ। ਹਾਲੇਲੂਇਆ 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 ਹਾਲੇਲੂਇਆ। ਜਦੋਂ ਵੀ ਹੁਣ ਅਸੀਂ ਕੋਈ ਵੀ ਤੁਹਾਨੂੰ ਪੁੱਛੇ ਕਿ ਹਾਂ ਕੀ ਹੈ ਇਸ ਬਾਰੇ, ਤੁਸੀਂ ਦੱਸਣਾ ਕਿ ਜਿਸ ਤਰ੍ਹਾਂ ਪ੍ਰਭੂ ਨੇ ਇਜ਼ਰਾਈਲੀਆਂ ਨੂੰ ਮੰਨਾ ਦਿੱਤਾ ਜਦੋਂ ਉਜ਼ਾੜ ਦੇ ਵਿੱਚ ਸੀ, ਹਤਾਸ਼ ਸੀ, ਨਿਰਾਸ਼ ਸੀ ਕਿ ਸਾਨੂੰ ਕੁਝ ਨਹੀਂ ਮਿਲੇਗਾ, ਉਸ ਜਗ੍ਹਾ ਤੇ ਵੀ ਪ੍ਰਭੂ ਨੇ ਨਾ ਪ੍ਰਬੰਧ ਕੀਤਾ। ਤੇ ਇਸੇ ਤਰ੍ਹਾਂ ਜਦੋਂ ਲੋਕਾਂ ਦਾ ਰਿਸ਼ਤਾ ਪ੍ਰਭੂ ਦੇ ਨਾਲ ਟੁੱਟਿਆ ਹੋਇਆ ਸੀ, ਲੋਕ ਹਤਾਸ਼ ਸੀ, ਨਿਰਾਸ਼ ਸੀ, ਉਦੋਂ ਪ੍ਰਭੂ ਯਿਸੂ ਮਸੀਹ ਸਵਰਗ ਦੀ ਰੋਟੀ ਖੁਦ ਧਰਤੀ ਤੇ ਆ ਕੇ ਸਾਨੂੰ ਕੀ ਦਿੱਤਾ ਹੈ? ਅਨੰਤ ਕਾਲ ਦਾ ਕੀ ਦਿੱਤਾ ਹੈ? ਜੀਵਨ ਦਿੱਤਾ ਹੈ। ਮੰਨਾ ਕੁੱਟਿਆ ਗਿਆ, ਪ੍ਰਭੂ ਨੂੰ ਵੀ ਕੀ ਕੀਤਾ ਗਿਆ? ਕੁੱਟਿਆ ਗਿਆ, ਮਾਰਿਆ ਗਿਆ। ਮੰਨਾ ਤਰੇਲ ਦੇ ਵਾਂਗ ਵਿਛਿਆ ਸੀ, ਉਸੇ ਤਰ੍ਹਾਂ ਪ੍ਰਭੂ ਦਾ ਲਹੂ ਤਰੇਲ ਦੇ ਵਾਂਗ ਧਰਤੀ ਦੇ ਉੱਤੇ ਕੀ ਕੀਤਾ ਹੈ? ਡਿੱਗਿਆ ਹੈ ਤੁਹਾਡੇ ਅਤੇ ਮੇਰੇ ਵਾਸਤੇ। ਤੇ ਉਸੇ ਤਰ੍ਹਾਂ ਜਿਵੇਂ ਮੰਨਾ ਨੂੰ ਸੰਦੂਕ ਦੇ ਵਿੱਚ ਰੱਖਿਆ ਗਿਆ ਪਰ ਸੜਿਆ ਨਹੀਂ, ਉਸੇ ਤਰ੍ਹਾਂ ਪ੍ਰਭੂ ਦੀ ਦੇਹ ਨੂੰ ਵੀ ਕਬਰ ਦੇ ਵਿੱਚ ਰੱਖਿਆ ਗਿਆ। ਤੀਸਰੇ ਦਿਨ ਜ਼ਿੰਦਾ ਹੋਇਆ ਪਰ ਪ੍ਰਭੂ ਦੇ ਸਰੀਰ ਨੂੰ ਕੁਝ ਵੀ ਨਹੀਂ ਹੋਇਆ, ਕੁਝ ਨੁਕਸਾਨ ਨਹੀਂ, ਸੜਿਆ ਨਹੀਂ। ਇਸ ਗੱਲ ਦਾ ਪ੍ਰਤੀਕ ਹੈ ਕਿ ਮੇਰਾ ਪ੍ਰਭੂ, ਤੁਹਾਡਾ ਪ੍ਰਭੂ ਦਫਨਾਇਆ ਗਿਆ ਅਤੇ ਜੀ ਉੱਠਿਆ। ਹਾਲੇਲੂਇਆ ਹਾਲੇਲੂਇਆ। ਪ੍ਰਿਯ ਜਨੋ, ਉਹ ਪਰਮੇਸ਼ਵਰ ਦਾ ਪਿਆਰ ਹੈ, ਉਹ ਖੁਦਾਵੰਦ ਦਾ ਪਿਆਰ ਹੈ। ਜਿੱਥੇ ਜਦੋਂ ਅਸੀਂ ਇੱਕ ਜਗ੍ਹਾ ਤੇ ਕਿਸੇ ਦਿਨ ਮੈਂ ਫੇਸਬੁੱਕ ਤੇ ਪੜ੍ਹ ਰਹੀ ਸੀ, ਉਸ ਜਗ੍ਹਾ ਤੇ ਕਿਸੇ ਨੇ ਇੱਕ ਪੋਸਟ ਕੀਤਾ ਹੈ, ਉਹਨੂੰ ਅਪਲੋਡ ਕੀਤਾ, ਉਸ ਦੇ ਵਿੱਚ ਲਿਖਿਆ ਸੀ, ਮੈਂ ਪੁੱਛਿਆ ਪ੍ਰਭੂ ਤੂੰ ਮੈਨੂੰ ਕਿੰਨਾ ਪਿਆਰ ਕਰਦਾ? ਤੇ ਪ੍ਰਭੂ ਨੇ ਆਪਣੀ ਬਾਹਾਂ ਨੂੰ ਫੈਲਾ ਕੇ ਕਹਿ ਦਿੱਤਾ, ਮੈਂ ਇੰਨਾ ਪਿਆਰ ਕਰਦਾ ਆ। ਅਗਾਪੇ ਲਵ, ਇਹ ਅਨੰਤ ਕਾਲ ਦਾ ਜੀਵਨ ਜਿਹੜਾ ਪਰਮੇਸ਼ਵਰ ਨੇ ਦਿੱਤਾ। ਇਹ ਆ ਜਿਹੜਾ ਪਿਆਰ ਜਿਹੜਾ ਕੋਈ ਨਹੀਂ ਕਰ ਸਕਦਾ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਪਤੀ, ਕੋਈ ਪਤਨੀ, ਕੋਈ ਬੱਚਾ ਨਹੀਂ ਕਰ ਸਕਦਾ। ਜਿਹੜਾ ਪਿਆਰ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ, ਅਗਾਪੇ ਲਵ, ਬੇਇੰਤਹਾ ਪਿਆਰ ਜਿਹਨੂੰ ਕਹਿ ਦਿੰਦੇ ਨੇ, ਕਿ ਜਿਸ ਦੀ ਵਜ੍ਹਾ ਨੇ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਨਾਲ ਕੀ ਹੋਵੇਗਾ, ਮੈਨੂੰ ਇੰਨਾ ਦਰਦ ਸਹਿਣਾ ਪਵੇਗਾ, ਪਰ ਇਸ ਮੇਲ ਨੂੰ, ਉਸ ਮਿਲਾਪ ਨੂੰ ਪਰਮੇਸ਼ਵਰ ਦੇ ਨਾਲ ਕਰਾਉਣ ਦੇ ਲਈ ਪ੍ਰਭੂ ਨੇ ਆਪਣੀ ਜਾਨ ਨੂੰ ਕੀ ਕੀਤਾ ਹੈ? ਦੇ ਦਿੱਤਾ ਹੈ। ਸਲੀਬ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ ਨਾ, ਇੱਕ ਡੰਡਾ ਉੱਪਰ ਨੂੰ ਹੈ ਤੇ ਇੱਕ ਦਿਆ ਇੱਧਰ ਨੂੰ। ਜਿਹੜਾ ਉੱਪਰਲਾ ਡੰਡਾ ਹੈ ਉਹ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦਾ, ਤੇ ਜਿਹੜਾ ਆਹ ਵਾਲਾ ਹੈ ਉਹ ਸਾਡਾ ਇੱਕ ਦੂਜੇ ਨਾਲ ਕੀ ਕਰਦਾ ਹੈ? ਮੇਲ ਮਿਲਾਪ ਕਰਵਾ ਰਿਹਾ ਹੈ। ਜਿੱਥੇ ਰਿਸ਼ਤੇ ਟੁੱਟੇ ਸੀ ਉਸ ਜਗ੍ਹਾ ਤੇ ਪ੍ਰਭੂ ਨੇ ਰਿਸ਼ਤੇ ਜੋੜੇ ਆਪਣੇ ਕੁਰਬਾਨੀ ਦੇ ਦੁਆਰਾ, ਆਪਣੀ ਕੁਰਬਾਨੀ ਦੇ ਸਦਕਾ। ਤੇ ਪ੍ਰਿਯ ਜਨੋ, ਇਹ ਕੁਰਬਾਨੀ ਨੂੰ ਕਦੀ ਨਹੀਂ ਭੁੱਲਣਾ। ਪ੍ਰਭੂ ਨੇ ਪਿਆਰ ਕੀਤਾ ਹੈ। ਕੋਈ ਇਨਸਾਨ, ਕੋਈ ਵੀ ਤੁਹਾਡੇ ਲਈ ਕੋੜੇ ਨਹੀਂ ਖਾਵੇਗਾ, ਕੋਈ ਤੁਹਾਡੇ ਲਈ ਆਪਣਾ ਲਹੂ ਨਹੀਂ ਬਹਾਵੇਗਾ, ਕੋਈ ਇੰਨਾ ਪਿਆਰ ਨਹੀਂ ਕਰੇਗਾ ਜਿੰਨਾ ਪਰਮੇਸ਼ਵਰ ਨੇ ਤੁਹਾਡੇ ਨਾਲ ਕੀ ਕੀਤਾ ਹੈ? ਬਸ ਇਦਾਂ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਕੀ ਕਰ ਦਿੱਤਾ ਹੈ? ਦੇ ਦਿੱਤਾ। ਅਸੀਂ ਤੇ ਪੜ੍ਹਦੇ ਤੇ ਬੜੀ ਆਸਾਨੀ ਨਾਲ ਆ, ਕਹਿੰਨੇ ਵੀ ਬੜੀ ਆਸਾਨੀ ਨਾਲ ਕਿ ਪ੍ਰਭੂ ਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ। ਜੇ ਉਸ ਜਗ੍ਹਾ ਤੇ ਮਹਿਸੂਸ ਕਰਕੇ ਵੇਖੋ ਤੇ ਇਕਲੌਤੇ ਪੁੱਤਰ ਨੂੰ ਬਲੀਦਾਨ ਕਰਨਾ, ਉਹ ਵੀ ਕਿਸੇ ਇਹੋ ਲੋਕਾਂ ਦੇ ਲਈ ਜਿਹੜਾ ਤੁਹਾਡੀ ਅਨਾਗਿਆਕਾਰੀ ਕਰਦਾ ਹੋਵੇ, ਇੰਨਾ ਆਸਾਨ ਨਹੀਂ ਹੈ। ਕੋਈ ਤਾਂ ਆਪਣੇ ਸਕਿਆਂ ਦੇ ਲਈ ਆਪਣਾ ਇਕਲੌਤਾ ਪੁੱਤਰ ਨਹੀਂ ਦਿੰਦਾ, ਪਰ ਪਰਮੇਸ਼ਵਰ ਨੇ ਦਿੱਤਾ। ਜਿਸ ਦੀ ਤੁਸੀਂ ਅਨਾਗਿਆਕਾਰੀ ਕਰਦੇ ਸੀ, ਜਿਸ ਦੇ ਪਿੱਛੇ ਤੁਸੀਂ ਚੱਲਣਾ ਬੰਦ ਕਰ ਦਿੱਤਾ ਸੀ, ਜਿਸ ਦੇ ਤੁਸੀਂ ਉਪਾਸਨਾ ਨਹੀਂ ਕਰਦੇ ਸੀ, ਪਰ ਪਰਮੇਸ਼ਵਰ ਨੇ ਉਸ ਪੁੱਤਰ ਨੂੰ ਸਾਡੀ ਖਾਤਰ ਦੇ ਦਿੱਤਾ, ਤਾਂ ਜੋ ਅਸੀਂ ਨਰਕ ਦੇ ਵਿੱਚ ਨਾਸ਼ ਨਾ ਹੋਈਏ, ਬਲਕਿ ਪ੍ਰਭੂ ਦੇ ਨਾਲ ਬੈਠ ਕੇ ਤੇ ਅਨੰਤ ਕਾਲ ਦਾ ਜੀਵਨ ਕੀ ਕਰੀਏ? ਗ੍ਰਹਿਣ ਕਰੀਏ। ਹਾਲੇਲੂਇਆ ਹਾਲੇਲੂਇਆ। ਅੱਜ ਤੋਂ ਬਾਅਦ ਅਸੀਂ ਕਦੀ ਨਹੀਂ ਭੁੱਲਣਾ ਮੰਨੇ ਦੇ ਬਾਰੇ ਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ। ਮੰਨਾ ਕਿ ਜਿਹੜੀ ਸਵਰਗ ਦੀ ਰੋਟੀ ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਦਿੱਤੀ ਸੀ, ਤੇ ਉਹ ਇਜ਼ਰਾਈਲੀ ਰੋਟੀ, ਜਿਵੇਂ ਮੰਨਾ ਸਵਰਗ ਦੀ ਰੋਟੀ ਹੀ, ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਵਰਗ ਦੀ ਰੋਟੀ ਖੁਦ ਧਰਤੀ ਤੇ ਆਇਆ, ਸਾਨੂੰ ਤੇ ਮੈਨੂੰ ਤੇ ਸਾਰੀ ਦੁਨੀਆ ਨੂੰ ਤ੍ਰਿਪਤ ਕਰਨ ਵਾਸਤੇ, ਰਜਾਉਣ ਵਾਸਤੇ। ਤੇ ਭੁੱਖੇ ਕਾਦੇ ਸਾਂ ਅਸੀਂ? ਭੁੱਖੇ ਸਾਂ ਅਸੀਂ ਮਾਫੀ ਦੇ, ਭੁੱਖੇ ਸਾਂ ਅਸੀਂ ਪਿਆਰ ਦੇ, ਤੇ ਭੁੱਖੇ ਸਾਂ ਅਸੀਂ ਅਨੰਤ ਕਾਲ ਦੇ ਜੀਵਨ ਦੇ ਲਈ। ਤੇ ਜਦੋਂ ਪਰਮੇਸ਼ਵਰ ਨੇ ਆਪਣੀ ਜਾਨ ਦੇ ਦਿੱਤੀ, ਪਰਮੇਸ਼ਵਰ ਸਾਨੂੰ ਮਾਫੀ ਦੇ ਨਾਲ ਵੀ ਰਜਾਇਆ, ਪਰਮੇਸ਼ਵਰ ਨੇ ਸਾਨੂੰ ਪਿਆਰ ਦੇ ਨਾਲ ਵੀ ਰਜਾਇਆ, ਤੇ ਪਰਮੇਸ਼ਵਰ ਨੇ ਸਾਨੂੰ ਅਨੰਤ ਕਾਲ ਦੇ ਜੀਵਨ ਦੇ ਨਾਲ ਵੀ ਰਜਾਇਆ। ਹਾਲੇਲੂਇਆ ਹਾਲੇਲੂਇਆ। ਅੱਜ ਅਸੀਂ ਕੀ ਹੋ ਚੁੱਕੇ ਹਾਂ? ਤ੍ਰਿਪਤ ਹੋ ਚੁੱਕੇ ਹਾਂ।
ਅੱਜ ਅਸੀਂ ਰੱਜ ਚੁੱਕੇ ਹਾਂ। ਪਰਮੇਸ਼ਵਰ ਨੇ ਸਾਨੂੰ ਰਜਾਏ ਵਚਨ ਕਹਿੰਦਾ ਹੈ, ਜਿਹੜੇ ਉਸ ਦੀ ਵੱਲ ਤੱਕਦੇ ਨੇ ਉਹ ਕਦੀ ਸ਼ਰਮਿੰਦਿਆ ਨਹੀਂ ਹੁੰਦੇ। ਪਰਮੇਸ਼ਵਰ ਨੇ ਅੱਜ ਸਾਨੂੰ ਮਾਫ ਕਰ ਦਿੱਤਾ ਹੈ, ਪਿਆਰ ਕੀਤਾ ਹੈ, ਸਾਡੇ ਗੁਨਾਹਾਂ ਨੂੰ ਧੋ ਕੇ ਸਾਨੂੰ ਕੀ ਕੀਤਾ ਹੈ, ਸਾਫ਼ ਕੀਤਾ ਹੈ। ਤੇ ਉਹ ਉਸੇ ਕੁਰਬਾਨੀ ਦੇ ਸਦਕਾ ਹੈ ਜਿਹੜੀ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਦੇ ਦਿੱਤਾ ਕਿ ਉਹ ਸਾਡੇ ਲਈ ਕੁਰਬਾਨ ਹੋ ਸਕੇ। ਆइए ਸਾਰੇ ਅਸੀਂ ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਆइए ਸਾਰੇ ਅਸੀਂ ਪ੍ਰਾਰਥਨਾ ਕਰਾਂਗੇ। ਜਿਸ ਤਰ੍ਹਾਂ ਪ੍ਰਭੂ ਨੇ ਆਪਣੇ ਲਈ, ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਲਈ ਆਪਣੇ ਪੁੱਤਰ ਨੂੰ ਕੁਰਬਾਨ ਕੀਤਾ ਹੈ। ਆਏ ਸਾਰੇ ਅਸੀਂ ਆਪਣੇ 2 ਮਿੰਟ ਆਪਣੇ ਹੱਥਾਂ ਨੂੰ ਖੜੇ ਕਰਕੇ ਪ੍ਰਭੂ ਦਾ ਧੰਨਵਾਦ ਕਰਾਂਗੇ। ਪ੍ਰਭੂ ਧੰਨਵਾਦ ਕਰਦੇ ਆ ਤੇਰੇ ਕੀਮਤੀ ਲਹੂ ਦੇ ਲਈ, ਧੰਨਵਾਦ ਕਰਦੇ ਆ ਪ੍ਰਭੂ ਤੇਰੀ ਕੁਰਬਾਨੀ ਦੇ ਲਈ, ਧੰਨਵਾਦ ਕਰਦੇ ਆ ਪਰਮੇਸ਼ਵਰ ਤੇਰੇ ਬੇਸ਼ੁਮਾਰ ਬੇਇੰਤਹਾ ਪਿਆਰ ਵਾਸਤੇ। ਧੰਨਵਾਦ ਹੈ ਮੇਰੇ ਯਹੋਵਾ, ਸ਼ੁਕਰਗੁਜ਼ਾਰ ਕਰਦੇ ਆ ਤੇਰੇ ਕੁਰਬਾਨੀ ਦੇ ਲਈ, ਤੇਰੇ ਪਿਆਰ ਦੇ ਲਈ, ਤੇਰੀ ਮਾਫੀ ਦੇ ਲਈ, ਤੇਰੇ ਅਨੰਤ ਕਾਲ ਦੇ ਜੀਵਨ ਦੇ ਲਈ तेरा धन्यवाद। सचमुच प्रभु तुसी मेरे प्रभु मन्ना बन के साडी जिंदगियां दे विच आए, साडू तृप्त कीता अपनी माफी दे नाल, अपने प्यार दे नाल, अनंत काल दे नाल सानू तृप्त कीता मेरे प्रभु। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਅਸੀਂ ਤੁਹਾਡਾ ਤਾਰੀਫ ਕਰਦੇ ਹਾਂ ਪ੍ਰਭੂ, ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ, ਸ਼ੁਕਰਗੁਜ਼ਾਰ ਕਰਦੇ ਹਾਂ ਪ੍ਰਭੂ ਤੁਹਾਡੀ ਉਸ ਕੁਰਬਾਨੀ ਦੇ ਲਈ, ਤੁਹਾਡੇ ਬੇਸ਼ੁਮਾਰ ਪਿਆਰ ਦੇ ਲਈ, ਤੁਹਾਡੇ ਕੀਮਤੀ ਲਹੂ ਦੇ ਲਈ। ਸਾਡੇ ਲਈ ਤੁਸੀਂ ਦਫਨਾਏ ਗਏ, ਸਾਡੇ ਲਈ ਤੁਸੀਂ ਕੋੜੇ ਖਾਦੇ, ਸਾਡੇ ਲਈ ਤੁਸੀਂ ਕੰਡਿਆਂ ਦਾ ਤਾਜ ਪਹਿਨਾਇਆ ਪ੍ਰਭੂ, ਸਾਡੇ ਲਈ ਤੁਸੀਂ ਪਸਲੀ ਦੇ ਵਿੱਚ ਨੇਜਾ ਖਾਦਾ। ਉਹ ਮੇਰੇ ਪ੍ਰਭੂ ਤੇਰੀ ਉਸ ਕੁਰਬਾਨੀ ਦੇ ਲਈ ਤੇਰਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ। ਆਮੀਨ। ਮੇਰੇ ਪਿਆਰੇ ਪ੍ਰਭੂ, ਜਿਨ੍ਹਾਂ ਜਨ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇ। ਹੁਣ ਦੇ ਪ੍ਰਭੂ ਜੋ ਅੱਜ ਇਹਨਾਂ ਨੇ ਵਚਨ ਸੁਣਿਆ ਹੈ, ਇਹਨਾਂ ਦੇ ਦਿਮਾਗ, ਇਹਨਾਂ ਦੇ ਦਿਲਾਂ ਦੇ ਵਿੱਚ ਬੈਠ ਜਾਏ, ਇਹ ਕਦੀ ਨਿਕਲਣ ਵਾਲਾ ਨਾ ਹੋਵੇ ਮੇਰੇ ਪ੍ਰਭੂ ਜੀ। ਆਮੀਨ। ਮੇਰੇ ਖੁਦਾ ਪ੍ਰਭੂ ਧੰਨਵਾਦ ਕਰਦੇ ਹਾਂ ਤੇਰੀ ਕੁਰਬਾਨੀ ਦੇ ਲਈ। ਪਰਮੇਸ਼ਵਰ ਧੰਨਵਾਦ ਕਰਦੇ ਨਾ ਬੇਇੰਤਹਾ ਪਿਆਰ ਆਪਣੇ ਲੋਕਾਂ ਨੂੰ ਕਰਨ ਦੇ ਲਈ ਕਿ ਤੁਸੀਂ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ। ਮੇਰੇ ਪਰਮੇਸ਼ਵਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਅੱਜ ਦੇ ਵਚਨ ਦੇ ਜ਼ਰੀਏ ਪ੍ਰਭੂ ਆਪਣੇ ਲੋਕਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇ। ਸੱਚਮੁੱਚ ਤੇਰੇ ਕੋੜੇ ਖਾਣ ਨਾਲ ਪ੍ਰਭੂ ਅਸੀਂ ਚੰਗੇ ਕੀਤੇ ਗਏ, ਅਸੀਂ ਨਰੋਏ ਕੀਤੇ ਗਏ ਆ। ਅਗਰ ਅੱਜ ਸਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਬਿਮਾਰੀ, ਕੋਈ ਲਾਚਾਰੀ, ਕੋਈ ਦੁੱਖ, ਕੋਈ ਚਿੰਤਾ ਹੈ ਪ੍ਰਭੂ, ਤੇਰੇ ਕੋੜੇ ਖਾਣ ਨਾਲ ਤੇਰੇ ਲੋਕ ਚੰਗੇ ਹੋ ਚੁੱਕੇ ਨੇ। ਅੱਜ ਹਰ ਬਿਮਾਰੀ, ਹਰ ਦੁੱਖ, ਹਰ ਰੋਗ, ਹਰ ਚਿੰਤਾ, ਹਰ ਪਰੇਸ਼ਾਨੀ ਤੁਹਾਡੇ ਨਾਮ ਦੇ ਵਿੱਚ ਆਮੀਨ ਪ੍ਰਭੂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਨਿਕਲ ਜਾਏ। ਮੇਰੇ ਪਰਮੇਸ਼ਵਰ ਤੇਰੀ ਚੰਗਿਆਈ ਜਿਹੜੇ ਕੋੜੇ ਖਾਣ ਦੇ ਨਾਲ ਸਾਨੂੰ ਮਿਲੀ ਹੈ, ਅੱਜ ਸਾਡੀ ਜ਼ਿੰਦਗੀਆਂ ਦੇ ਵਿੱਚ, ਸਾਡੇ ਸ਼ਰੀਰਾਂ ਦੇ ਵਿੱਚ, ਸਾਡੀ ਆਤਮਾ ਦੇ ਵਿੱਚ, ਸਾਡੇ ਪ੍ਰਾਣ ਦੇ ਵਿੱਚ ਵਾਸ ਕਰੇ। ਮੇਰੇ ਪਰਮੇਸ਼ਵਰ ਤੇਰਾ ਸ਼ੁਕਰ ਕਰਦੇ ਮੇਰੇ ਪ੍ਰਭੂ, ਬਹੁਤ ਸਾਰੀ ਆਸ਼ੀਸ਼ ਦੇ। ਧੰਨਵਾਦ ਕਰਦੇ ਮੇਰੇ ਪ੍ਰਭੂ ਜੀ ਵਚਨਾਂ ਦੇ ਲਈ, ਮੈਨੂੰ ਇਸਤੇਮਾਲ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ। ਅੱਗੇ ਦਾ ਸਮੇਂ ਤੁਹਾਡੇ ਹੱਥਾਂ ਦੇ ਵਿੱਚ ਦਿੰਦੇ ਹੋਏ ਸਾਰਾ ਆਦਰ, ਮਹਿਮਾ, ਜਲਾਲ ਤੁਹਾਡੇ ਨਾਮ ਨੂੰ ਦਿੰਦੇ ਖੁਦਾਵੰਦ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ। ਆਮੀਨ। ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇ। ਹਾਲੇਲੂਇਆ।